ਵੱਡੇ ਦਿਸ ਹੱਦੇ ਨੇ ਜਿਨ੍ਹਾਂ ਨੂੰ ਤੈਅ ਕਰਦੇ ਨੇ ਕੁਝ ਸ਼ਖਸੀਅਤਾਂ, ਕੁਝ ਵਿਅਕਤੀ ਜਿਨ੍ਹਾਂ 'ਤੇ ਗੁਰੂ ਮਿਹਰ ਕਰਦਾ। ਪਰ ਉਹ ਕਈ ਵਾਰ ਅਸੀਂ ਜ਼ਿੰਦਗੀ ਦੇ ਤਲਖ ਤਜਰਬਿਆਂ ਦੇ ਵਿੱਚੋਂ ਇਕੱਠ 'ਚ ਰਹਿੰਦਿਆਂ ਹੋਇਆਂ ਕੁਝ ਵਿਚਾਰਾਂ ਦੇ ਥੋੜ੍ਹਾ ਜਿਹਾ ਵਿਰੋਧੀ ਭਾਵ ਦੇ ਵਿੱਚ ਅਸੀਂ ਇੱਕ ਦੂਜੇ ਨੂੰ, ਜਿਨ੍ਹਾਂ ਨੂੰ ਜਿਹੜੀ ਜਗ੍ਹਾ ਮਿਲਣੀ ਚਾਹੀਦੀ, ਉਹ ਸਤਿਕਾਰ ਤੋਂ ਪਰਾਂ ਕਰ ਦਿੰਦੇ। ਇਹ ਆਮ ਹੁੰਦਾ ਕੌਮ ਦੇ ਵਿੱਚ, ਸਦਾ ਹੀ ਹੁੰਦਾ। ਜਿੱਦਣ ਅਸੀਂ ਰਾਈਜ਼ ਕਰਨਾ ਹੈ ਉਦਣ ਅਸੀਂ ਫਿਰ ਆਲੇ ਦੁਆਲੇ ਨੂੰ ਵੇਖਣਾ ਵੀ ਹੁਣ ਮੈਂ ਕਿਹਨੂੰ ਢਾਹ ਕੇ ਅੱਗੇ ਹੋਵਾਂ। ਪਰ ਹੋਣਾ ਉਲਟ ਚਾਹੀਦਾ ਹੈ, ਇੱਦੋਂ ਅਲੱਗ ਚਾਹੀਦਾ। ਸਾਹਿਬ ਦਾ ਫਰਮਾਨ ਇਹ ਆ ਵੀ ਗੁਰਮਤਿਆਂ ਦੇ ਵਿੱਚ ਹੀ ਸਾਰਾ ਕੁਛ ਆ। ਡਾਇਲੋਗ ਬਹੁਤ ਵੱਡੀ ਚੀਜ਼ ਆ। ਇਕੱਠੇ ਬੈਠ ਕੇ ਸਿਰ ਜੋੜ ਕੇ ਜਿੱਦਣ ਤੁਸੀਂ ਰਾਈਜ਼ ਕਰ ਗਏ, ਜਿੱਦਣ ਸਾਹਿਬ ਦੀ ਕਿਰਪਾ ਨਾਲ ਤੁਸੀਂ ਕੋਈ ਮਰਤਬੇ 'ਤੇ ਪਹੁੰਚ ਗਏ, ਉਸ ਦਿਨ ਤੁਸੀਂ ਹੋਰ ਨਿਮਾਣ 'ਚ ਜਾਣਾ। 1984 ਨੇ ਬਹੁਤ ਬਦਲਾਅ ਲਿਆਂਦਾ ਹੈ ਵੈਸਟਰਨ ਵਰਲਡ ਦੇ ਵਿੱਚ, ਖਾਸ ਤੌਰ 'ਤੇ ਇੱਥੇ। 1984 ਦੇ ਵਿੱਚ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮਾਂ 'ਤੇ ਹੋਏ ਹਮਲੇ ਤੋਂ ਬਾਅਦ ਇੱਕ ਜਥੇਬੰਦੀ ਜਿਸ ਨੇ ਕੈਨੇਡਾ ਦੇ ਵਿੱਚ ਸਿੱਖਾਂ ਦਾ ਅਤੇ ਮਨੁੱਖੀ ਹੱਕਾਂ ਦਾ ਇੱਕ ਨਵਾਂ ਪਹਿਰਾ ਜਿਹੜਾ ਨਵਾਂ ਰਾਹ ਖੋਲ੍ਹਿਆ, ਵਰਲਡ ਸਿੱਖ ਆਰਗੇਨਾਈਜੇਸ਼ਨ ਉਹਦਾ ਨਾਂ ਸੀ, ਜਿਸ ਨੇ ਆਟਵਾ ਦੇ ਵਿੱਚ ਕੈਪੀਟਲ ਦੇ ਗਲਿਆਰਿਆਂ ਦੇ ਵਿੱਚ ਜਿੱਥੇ ਸਿੱਖ ਨੂੰ ਲੰਘਣ ਨਹੀਂ ਸੀ ਦਿੱਤੇ, ਉੱਥੇ ਜਾ ਕੇ ਉਸ ਸਮੇਂ ਦੀਆਂ ਪਾਰਟੀਆਂ ਦੇ ਨਾਲ ਡਾਇਲੋਗ ਕੀਤਾ, ਰਿਗਾਰਡਲੈਸ ਐਨੀ ਪਾਰਟੀ। ਓਬੀਅਸਲੀ ਇਹ ਲੱਗਣ ਲੱਗ ਜਾਂਦਾ ਹੈ ਕਿ ਲਿਬਰਲ ਦੇ ਨੇੜੇ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ, ਨਹੀਂ, ਪਰ ਹਰ ਪਾਰਟੀ ਨਾਲ ਉਹਨਾਂ ਨੇ ਡਾਇਲੋਗ ਕੀਤਾ। ਉਹਨਾਂ ਦੇ ਮਨੁੱਖੀ ਹੱਕਾਂ ਦੇ ਵਕੀਲਾਂ ਨੇ ਸਾਡੇ ਕੇਸ ਲੜੇ, ਅਤੇ ਜੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ, ਆਰਗੇਨਾਈਜ਼ਿੰਗ ਕਮੇਟੀਆਂ ਦੇ ਵਿੱਚੋਂ ਬੱਚੇ ਪੜ੍ਹ ਕੇ ਕੋਈ ਵੱਡੇ ਅਹੁਦਿਆਂ 'ਤੇ ਲੱਗ ਗਏ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ, ਹੋਣੀ ਚਾਹੀਦੀ ਹੈ। ਸਰ ਗਿਆਨ ਸਿੰਘ ਸੰਧੂ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਭਾਈਚਾਰੇ 'ਚ ਵਿਚਰਦੇ ਨੇ, ਵਿਲੀਅਮਸ ਲੇਕ ਤੋਂ ਗੱਲਬਾਤ ਸ਼ੁਰੂ ਕਰਕੇ ਇੱਥੇ ਬੱਚੇ ਉਹਨਾਂ ਦੇ ਬਹੁਤ ਸਤਿਕਾਰ ਅਤੇ ਵੱਡੇ ਅਹੁਦਿਆਂ 'ਚ, ਭੈਣ ਜੀ ਪਲਵਿੰਦਰ ਕੌਰ ਸ਼ੇਰਗਿੱਲ ਸਾਡੇ ਜਸਟਿਸ ਨੇ, ਜੱਜ ਨੇ ਸੁਪਰੀਮ ਕੋਰਟ ਦੇ, ਬਹੁਤ ਵੱਡੀ ਮਾਣ ਦੀ ਗੱਲ ਹੈ। ਸਿੱਖੀ ਸਰੂਪ ਦੇ ਵਿੱਚ ਨੇ, ਦਸਤਾਰ ਉਹ ਸਜਾਉਂਦੇ ਨੇ। ਤੀਸਰਾ ਗਿਆਨ ਸਿੰਘ ਸੰਧੂ ਉਹਨਾਂ ਨੇ ਮੁੱਢਲੇ ਰਾਹ ਉਹਨਾਂ ਦੇ ਸੌਖੇ ਨਹੀਂ ਸੀ। ਜਾਂ ਵਿਲੀਅਮਸ ਲੇਕ 'ਚ ਉਹਨਾਂ ਨੇ ਕੰਮ ਸ਼ੁਰੂ ਕੀਤਾ, ਮਿੱਲ ਬਣਾਈ। ਮਿੱਲ ਬਣਾਉਣ ਤੋਂ ਬਾਅਦ ਜਦ ਸਥਾਪਤੀ ਹੋ ਗਈ, ਕੁੱਲੀ ਗੁੱਲੀ ਜੁੱਲੀ ਦੀਆਂ ਗੱਲਾਂ ਪੂਰੀਆਂ ਹੋ ਗਈਆਂ, ਫਿਰ ਧਰਮ ਦੇ ਪਹਿਰੇ 'ਤੇ ਖੜ੍ਹ ਕੇ ਉਹਨਾਂ ਨੇ ਕੁਛ ਕਰਨ ਦੀ ਗੱਲ ਬਾਤ ਕੀਤੀ। ਹੁਣ ਵੱਡਾ ਇੱਕ ਇੰਸਟੀਟਿਊਟ, ਗੁਰੂ ਨਾਨਕ ਇੰਸਟੀਟਿਊਟ ਆਫ ਲਰਨਿੰਗ ਸਟੱਡੀਜ਼, ਜਿਹੜਾ ਉਹ ਬਣਾ ਰਹੇ ਨੇ ਸਾਰੇ ਰਲ ਕੇ, ਪਰ ਉਹਨਾਂ ਨੇ ਖੁਦ ਕੁਝ ਚੀਜ਼ਾਂ ਇਹਦੀਆਂ ਤੈਅ ਕੀਤੀਆਂ ਨੇ। ਉਸ ਦੇ ਬਾਰੇ ਜਾਣਕਾਰੀ, ਉਹਨਾਂ ਦਾ ਵੱਡਾ ਇੱਕ ਸਮਾਗਮ ਆ ਰਿਹਾ 22-23 ਤਰੀਕ ਨੂੰ। ਪਰ ਸਰਾਰ ਸਾਹਿਬ ਨਾਲ ਪਹਿਲਾਂ ਮੁੱਢਲੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਸਫ਼ਰ, ਉੱਥੋਂ ਸ਼ੁਰੂਆਤ ਕਰਾਂਗੇ। ਸੰਧੂ ਸਾਹਿਬ, ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਹਿ ਦਿਲ ਤੋਂ ਧੰਨਵਾਦ ਤੁਹਾਡਾ ਅਤੇ ਸਮੂਹ ਵਕੀਲੀ ਸ਼ੇਰੇ ਪੰਜਾਬ ਦੇ ਮਾਲਕਾਂ ਦਾ, ਖਾਸ ਕਰਕੇ ਅਜੀਤ ਸਿੰਘ ਜੀ ਬਾਅਦ ਸਾਡੇ ਪੁਰਾਣੇ ਦੋਸਤ ਨੇ ਜੀ, ਉਹਨਾਂ ਦੀ ਵੇਟ ਸੁੱਕੀ ਹੋਣੀ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਸਰ ਸਾਹਿਬ, ਆਪਣੇ ਮੁੱਢਲੇ ਦਿਨਾਂ ਦੀ ਕੁਛ ਜਾਣਕਾਰੀ ਜੇ ਦਮੋ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ। ਜਦ ਪੰਜਾਬ ਤੋਂ ਦਿੱਲੀ ਮੇਰੇ ਖਿਆਲ ਯੂਨੀਵਰਸਿਟੀ 'ਚ ਵੀ ਪੜ੍ਹਾਉਂਦੇ ਰਹੇ ਹੋ ਤੁਸੀਂ ਇੱਥੇ ਆਉਣ ਤੋਂ ਪਹਿਲਾਂ? ਨਹੀਂ ਜੀ, ਮੈਂ ਨਹੀਂ ਜੀ, ਉੱਥੇ ਨਹੀਂ ਪੜ੍ਹਿਆ। ਮੈਂ ਏਅਰਫੋਰਸ ਸਰਵਿਸ ਕਰਦਾ ਸੀਗਾ। ਏਅਰਫੋਰਸ ਸਰਵਿਸ ਕਰਦੇ? ਏਅਰਫੋਰਸ ਦੀ ਸਰਵਿਸ 1969 'ਚ ਛੱਡ ਕੇ ਅਤੇ ਮੈਂ 70 ਵਿੱਚ ਕੈਨੇਡਾ ਵਿੱਚ ਆ ਗਿਆ ਸੀਗਾ। ਅੱਛਾ ਜੀ। ਸੋ ਕੈਨੇਡਾ ਵਿੱਚ ਤਕਰੀਬਨ ਸਾਡਾ ਸਫ਼ਰ ਇੱਕ ਛੋਟੇ ਪਿੰਡ ਵਿਲੀਅਮਸ ਲੇਕ ਤੋਂ ਸ਼ੁਰੂ ਹੋਇਆ। ਉੱਥੇ ਹੀ ਆਇਆ ਪਹਿਲਾਂ? ਹਾਂ, ਸਿੱਧੇ ਉੱਥੇ, ਕਿਉਂਕਿ ਮੇਰੇ ਰਿਸ਼ਤੇਦਾਰ ਉੱਥੇ ਸਨ, ਮਦਰ-ਇਨ-ਲਾ ਜੀ ਉੱਥੇ ਸਨ, ਮੇਰਾ ਛੋਟਾ ਬ੍ਰਦਰ-ਇਨ-ਲਾ ਉੱਥੇ ਸੀਗਾ ਜੀ। ਸੋ ਇਸ ਕਰਕੇ ਉੱਥੋਂ ਹੀ ਸਫ਼ਰ ਸਾਡਾ ਜਿਹੜਾ ਸ਼ੁਰੂ ਹੋਇਆ। ਠੰਡੀਆਂ ਹਵਾਵਾਂ ਅਤੇ ਵੱਡੀਆਂ ਬਰਫਾਂ ਵਾਲਾ ਖਿੱਤਾ ਆ। ਉਸ ਖਿੱਤੇ ਤੋਂ ਸਫ਼ਰ ਨੇ ਸ਼ੁਰੂ ਕਰਕੇ ਬਸ ਮੈਂ ਇੱਕ ਚੀਜ਼ ਇਹ ਦੇਖੀ ਜੀ, ਇਸ ਦੇਸ਼ ਦੇ ਅੰਦਰ ਅੱਜ ਜਿਹੜਾ ਸਮਾਂ ਜਿੱਥੇ ਸਾਡੇ ਬੱਚੇ ਅੱਜ ਆ ਕੇ ਨਾ ਮੌਜਾਂ ਮਾਣਦੇ ਆ, ਸ੍ਰੀ ਸਾਹਿਬਾਂ ਪਾ ਕੇ ਪਿੰਡਾਂ ਵਾਂਗ ਸ਼ਹਿਰਾਂ ਦੀਆਂ ਗਲੀਆਂ ਦੇ ਵਿੱਚ ਫਿਰਦੇ ਆ, ਇਹ ਉਹ ਸਮਾਂ ਨਹੀਂ ਸੀ ਹਰਜੀਤ ਸਿੰਘ ਜੀ। ਉਹ ਸਮਾਂ ਉਸ ਵੇਲੇ ਸੀ ਜਦ ਤੁਰੇ ਜਾਂਦੇ ਨੂੰ ਗਾਲ ਕੱਢੀ ਜਾਂਦੀ ਸੀ, ਇਹ ਪਾਕੀ ਕਹਿ ਕੇ ਬੁਲਾਇਆ ਜਾਂਦਾ ਸੀ, ਪੱਥਰ ਬੱਚਿਆਂ ਦੇ ਮਾਰੇ ਜਾਂਦੇ ਸਨ। ਅਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਜੀ। ਉਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਕੁਦਰਤ ਵੱਲੋਂ ਭਾਸ਼ਾ ਦੀ ਮੈਨੂੰ ਕੋਈ ਤਕਲੀਫ ਨਹੀਂ ਸੀ, ਕਿਉਂਕਿ ਏਅਰਫੋਰਸ ਦੇ ਵਿੱਚ ਭਾਸ਼ਾ ਸਾਡੀ ਅੰਗਰੇਜ਼ੀ ਸੀ ਅਤੇ ਇੱਥੇ ਆ ਕੇ ਅੰਗਰੇਜ਼ੀ ਦੀ ਭਾਸ਼ਾ ਦੇ ਕੋਈ ਮੁਸ਼ਕਲਾਤ ਨਹੀਂ ਸੀਗੀਆਂ। ਸੋ ਕਾਰੋਬਾਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਛੋਟੇ ਪਿੰਡ ਦੇ ਵਿੱਚ ਆ ਕੇ ਲੱਕੜ ਦੀਆਂ ਮਿੱਲਾਂ 'ਚ ਕੰਮ ਕਰਨਾ, ਉਸ ਇਨਸਾਨ ਨੇ ਜਿਹਨੇ ਕਦੇ ਕੋਈ ਹਾਰਡ ਕੰਮ ਕੀਤਾ ਨਾ ਹੋਵੇ। ਦਫ਼ਤਰੀ ਮੁਲਾਜ਼ਮ ਘੰਟੀ ਵਜਾ ਕੇ ਚਪੜਾਸੀ ਨੂੰ ਸੱਦ ਕੇ ਚਾਹਾਂ ਪੀਤੀਆਂ ਹੋਣ ਜਾਂ ਪਕੌੜੇ ਛਕੇ ਹੋਣ ਨਾ, ਮੁਸ਼ਕਲਾਂ ਹੋ ਜਾਇਆ ਕਰਦੀਆਂ ਨੇ, ਐਸੀ ਕੋਈ ਗੱਲ ਨਹੀਂ। ਪਰ ਮੇਰਾ ਖਿਆਲ ਮੈਂ ਉਹਨਾਂ ਹਾਲਾਤਾਂ ਵਿੱਚ ਹੀ ਲੰਘਦੇ ਹੋਏ ਨੇ ਹੀ 5-6 ਮਹੀਨਿਆਂ ਵਿੱਚ ਮੈਨੂੰ ਸੁਪਰਵਾਈਜ਼ਰੀ ਜੋਬ ਮਿਲ ਗਈ। ਸੋ ਉਹਨਾਂ ਜੋ ਸੁਪਰਵਾਈਜ਼ਰੀ ਜੋਬ ਦੇ ਉੱਤੇ ਮੈਨੇਜਰੀਅਲ ਸਾਈਡ 'ਤੇ ਗਰੋ ਅਪ
ਹੋ ਗਿਆ 10 ਸਾਲਾਂ ਬਾਅਦ ਪਾਤਸ਼ਾਹ ਨੇ ਕਿਰਪਾ ਕੀਤੀ ਆਪਣੇ ਕਾਰੋਬਾਰ ਸ਼ੁਰੂ ਕਰ ਲਿਆ। ਵਾਹ। ਉਹਦੇ ਵਿੱਚ ਵੀ ਉਤਾਰ ਚੜ੍ਹਾਅ ਆਉਂਦੇ ਰਹੇ ਨੇ। ਠੀਕ ਹੈ, ਤਿੰਨ ਛੋਟੀ ਜਿਹੀ ਕੰਪਨੀ 5 ਇੰਪਲਾਈ ਤੋਂ ਸ਼ੁਰੂ ਕਰਕੇ 300 ਇੰਪਲਾਈ ਦੀ ਕੰਪਨੀ ਸੀ ਸਾਡੀ। ਵਾਹ। ਸੋ ਉਹਦੇ ਤੇ ਪਹੁੰਚ ਕੇ ਮਹਾਰਾਜ ਨੇ ਠੀਕ ਹੈ ਉਤਾਰ ਚੜ੍ਹਾਅ ਜ਼ਿੰਦਗੀ ਨੇ ਦੇਖੇ ਨੇ, ਕਿਉਂਕਿ ਕਾਰੋਬਾਰ ਇਹੋ ਜਿਹਾ ਹੀ ਹੋਇਆ ਕਰਦੇ ਜੀ ਨੇ। ਜੀ ਜੀ। ਪਰ ਜੇ ਤੁਸੀਂ ਗੁਰੂ ਦੇ ਲੜ ਲੱਗੇ ਹੋਏ ਆ ਤਾਂ ਮੈਂ ਸਮਝਦਾ ਹੈਗਾ ਵੀ ਪਾਤਸ਼ਾਹ ਆਪ ਆਪਣਾ ਹੱਥ ਦੇ ਕੇ ਸਿਰ ਤੇ ਰੱਖ ਕੇ ਤੁਹਾਡੇ ਕੋਲ ਕਾਰਜ ਕਰਵਾ ਲਿਆ ਕਰਦਾ ਹੈ। ਸੋ ਉਹਨਾਂ ਸਮੇਂ ਵਿੱਚ ਹੀ ਲੰਘੇ ਆ ਜੀ, ਲੰਘ ਕੇ ਸੇਵਾਵਾਂ 80 ਦਾ ਮਸਲਾ ਆ ਗਿਆ ਸੀ, ਆਪਾਂ ਜਾਣਦੇ ਹਾਂ 82 ਵਿੱਚ ਮੋਰਚਾ ਲੱਗਾ। ਸੋ ਮੋਰਚੇ ਦੇ ਦੌਰਾਨ ਸਿੱਖਾਂ ਨੇ ਕੁਝ ਸੇਵਾਵਾਂ ਮੇਰੀਆਂ ਵੀ ਲਾ ਦਿੱਤੀਆਂ। ਅੱਛਾ ਜੀ। ਉਹਨਾਂ ਹੁਕਮਾਂ ਦੀ ਨੂੰ ਮੰਨਦੇ ਹੋਏ ਚਲੋ ਜਿੰਨੀਆਂ ਸੇਵਾਵਾਂ ਪਾਤਸ਼ਾਹ ਨੇ ਲਈਆਂ। 84 ਦੇ ਵਿੱਚ ਗੋਲਡ ਸਿੱਖ ਆਰਗੇਨਾਈਜੇਸ਼ਨ ਬਣ ਗਈ, ਕੈਨੇਡਾ ਦੀ ਬ੍ਰਾਂਚ ਦੇ ਮੁਖੀ ਵੀ ਮੈਨੂੰ ਸੇਵਾ ਬਖਸ਼ ਦਿੱਤੀ। ਸੋ ਉਹ ਸੇਵਾਵਾਂ ਦੇ ਰਾਹੀਂ ਚਲੋ ਅੱਜ ਮੈਂ ਕਹਿ ਸਕਦਾ, ਮਾਣ ਦੇ ਨਾਲ ਕਹਿ ਸਕਦਾ, ਮਾਣ ਉਸ ਪੱਖ ਤੋਂ ਹਲੀਮੇ ਦੇ ਵਿੱਚ ਆ ਕੇ ਵੀ ਜੇ ਦੁਨੀਆ ਭਰ ਦੇ ਵਿੱਚ ਕੋਈ ਸੰਸਥਾ ਲੰਬੇ ਅਰਸੇ ਲਈ ਜਿਉਂਦੀ ਆ, ਅੱਜ ਵੀ ਕੰਮ ਕਰਦੀ ਹੈ, ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ। 30 ਸਾਲ। ਹਾਂਜੀ ਹਾਂਜੀ, ਕਿਉਂਕਿ ਨਹੀਂ ਤਾਂ ਆਪਣੀਆਂ ਸੰਸਥਾਵਾਂ ਦੀ ਉਮਰ 5 7 10 ਸਾਲ ਹੁੰਦੀ, ਜਿੰਨੀ ਦੇਰ ਪਹਿਲਾਂ ਚਾਲਕ ਹੋਇਆ ਕਰਦੇ ਨੇ। ਮੇਰਾ ਪਰਸਨਲ ਸਟਾਈਲ ਡੈਲੀਗੇਸ਼ਨ 'ਤੇ ਰਿਹਾ ਜੀ। ਮੈਂ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਨਾਲ ਰੱਖਦਾ। ਅੱਜ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਇੱਕ ਨੌਜਵਾਨ ਪੀੜ੍ਹੀ, ਕੈਨੇਡਾ ਦੇ ਜੰਮਪਲ ਬੱਚੇ ਜਿਹੜੇ ਨੇ 80% ਜਿਹੜੇ ਕੈਨੇਡਾ ਦੇ ਜੰਮਪਲ ਬੱਚੇ ਨੇ ਜਿਹੜੇ ਅੱਜ ਉਹ ਹੀ ਚਲਾਉਂਦੇ ਨੇ। ਜਿਹੜਾ ਅੱਜ ਕੱਲ੍ਹ ਮੁਖੀ ਵੀ ਹੈ ਨੌਜਵਾਨ ਤੇਜਿੰਦਰ ਸਿੰਘ ਜੀ, ਕੈਲਗਰੀ ਤੋਂ, ਕੈਨੇਡਾ ਦਾ ਜੰਮਪਲ ਬੱਚਾ ਹੈ। ਪਿਛਲੀ ਵਾਰੀ ਵੀ ਜਿਹੜਾ ਇਹ ਤੋਂ ਪਹਿਲਾਂ ਵੀ ਪ੍ਰਧਾਨ ਸੀ, ਉਹ ਵੀ ਕੈਨੇਡਾ ਦਾ ਜੰਮਪਲ ਬੱਚਾ ਸੀ। ਸੋ ਅੱਜ ਕੱਲ੍ਹ ਜਦ ਨੌਜਵਾਨ ਚਲਾਉਣਗੇ, ਦੇਖੋ ਜੀ ਉਹਦੇ ਵਿੱਚ ਲਾਜ਼ਮੀ ਗੱਲ ਹੈ ਕਿ ਕੈਨੇਡੀਅਨ ਉਸ ਦਾਇਰੇ ਦੇ ਹਾਣ ਦੇ ਹੋ ਕੇ ਚਲਾਓਗੇ। ਸੋਸ਼ਲ ਮੀਡੀਆ ਦਾ ਯੁੱਗ ਹੈ, ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਔਰ ਅੱਜ ਜੇ ਕੋਈ ਸਿੱਖਾਂ ਦੀ ਬਾਂਹ ਫੜਦਾ, ਜਿਸ ਪੱਖ ਤੋਂ ਵੀ ਫੜਦਾ ਹੈ, ਇਹ ਵਰਲਡ ਸਿੱਖ ਆਰਗੇਨਾਈਜੇਸ਼ਨ ਹੀ ਹਿੰਮਤ ਰੱਖਦੀ ਹੈ ਫੜਨ ਦੀ, ਕਿਉਂਕਿ ਹਰ ਚੀਜ਼ ਦਾ ਜਵਾਬ ਉਹ ਇੱਟ ਦਾ ਪੱਥਰ ਨਾਲ ਜਵਾਬ ਦੇਣ ਦੀ ਕਾਬਲੀਅਤ ਰੱਖਦੇ ਨੇ ਸੋਸ਼ਲ ਮੀਡੀਆ ਦੇ ਅੰਦਰ। ਮੇਰਾ ਖਿਆਲ ਜਿੰਨੀਆਂ ਵੀ ਕਾਰਜ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਹੋਏ ਨੇ, ਮੈਂ ਉਹਨਾਂ ਨੂੰ 2-3 ਉਦਾਹਰਨਾਂ ਆਪ ਜੀ ਨਾਲ ਦੇ ਦਿੰਦਾ। ਜ਼ਰੂਰ। ਕਿਉਂਕਿ ਅਸੀਂ ਸਿੱਖੀ 'ਤੇ ਪਹਿਰਾ ਦਿੰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਫਿਲਾਸਫੀ 'ਤੇ ਪਹਿਰਾ ਦਿੰਦੇ ਹਾਂ, ਉਹਦੇ ਆਧਾਰ ਦੇ ਉੱਤੇ ਸਾਰੇ ਕਾਰਜ ਕਰਦੇ ਸੀਗੇ ਜਿੰਨੇ ਵੀ। ਕਿਉਂਕਿ ਜੇ ਲੰਬੇ ਨਿਸ਼ਾਨੇ ਵੀ ਤੱਕੇ ਜਾਂਦੇ ਤਾਂ ਉਸ ਪੱਖ ਤੋਂ ਵੀ ਤੱਕੇ ਜਾਂਦੇ। ਸੋ ਅਸੀਂ ਜੇ ਕੇਸ ਸੁਪਰੀਮ ਕੋਰਟ ਤੱਕ ਲੜੇ ਨੇ, ਮੈਂ ਕਈ ਵਾਰੀ ਨੌਜਵਾਨ ਬੱਚਿਆਂ ਨੂੰ, ਯੂਨੀਵਰਸਿਟੀਆਂ ਨੂੰ ਅੱਜ ਵੀ ਪੁੱਛ ਲਿਆ ਕਰਦਾ, ਅੱਜ ਸ੍ਰੀ ਸਾਹਿਬ ਬਾਹਰ ਪਾ ਕੇ ਫਿਰਦੇ ਹੋ, ਮੈਨੂੰ ਉਸ ਬੱਚੇ ਦਾ ਨਾਮ ਦੱਸੋ ਜਿਹਦੀ ਮਾਰਫਤ ਤੁਹਾਨੂੰ ਇਹ ਇਜਾਜ਼ਤ ਮਿਲੀ ਹੈ। ਤੇ ਕਿਸੇ ਨੂੰ ਯਾਦ ਹੀ ਨਹੀਂ ਵੀ ਗੁਰਬਾਜ ਸਿੰਘ ਮੁਲਤਾਨੀ ਨੌਜਵਾਨ ਬੱਚਾ ਕੌਣ ਸੀ? ਮੌਂਟਰੀਅਲ ਤੋਂ 12 ਸਾਲ ਦਾ ਬੱਚਾ ਅੜ ਗਿਆ ਸੀ, ਜਿਵੇਂ ਵੀ ਮੈਂ ਸ੍ਰੀ ਸਾਹਿਬ ਨਹੀਂ ਲਾਉਣੀ, ਮੈਨੂੰ ਸਕੂਲ 'ਚੋਂ ਭਾਵੇਂ ਕੱਢ ਦਿਓ। ਕੱਢ ਦਿੱਤਾ ਉਹਨਾਂ ਨੇ ਸਕੂਲ 'ਚੋਂ। ਪ੍ਰਾਈਵੇਟ ਪੜ੍ਹਦਾ ਰਿਹਾ, ਦੂਸਰੇ ਪਾਸੇ ਦੂਸਰੇ ਸਕੂਲਾਂ ਜਾ ਕੇ ਪੜ੍ਹਦਾ ਰਿਹਾ। ਪਰ ਉਹਦਾ ਕੇਸ ਸੁਪਰੀਮ ਕੋਰਟ 'ਚ ਜਦ ਗਿਆ ਸੀ ਤੇ ਸਾਡਾ ਹੱਕ 'ਚ ਫੈਸਲਾ 9-1 'ਚ ਹੋਇਆ ਸੀਗਾ। 9 ਦੇ 9 ਸੁਪਰੀਮ ਕੋਰਟ ਦੇ ਜੱਜਾਂ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ। ਇਹ ਇਜਾਜ਼ਤ ਮਿਲਣੀ ਕੋਈ ਸੌਖੀ ਨਹੀਂ ਸੀ। ਅਸੀਂ ਦੂਸਰਿਆਂ ਲੋਕਾਂ ਦੇ ਕੇਸਿਸ ਵੀ ਲੜੇ ਨੇ, ਯਹੂਦੀਆਂ ਦੇ ਲੜੇ ਨੇ। ਯਹੂਦੀਆਂ ਨੂੰ, ਇੱਕ ਯਹੂਦੀ ਪਰਿਵਾਰ ਦਾ ਕੇਸ ਮੈਂ ਤੁਹਾਨੂੰ ਉਦਾਹਰਨ ਦਿੰਦਾ ਹੈਗਾ ਜੀ। ਉਹ ਪਰਿਵਾਰ ਮੌਂਟਰੀਅਲ ਦੇ ਵਿੱਚ, ਯਹੂਦੀ ਲੋਕ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਉਹਨਾਂ ਦਾ, ਜਦ ਕੱਖਾਂ ਦੀ ਤੇ ਹਰੇ ਪੱਤਿਆਂ ਦੀ ਝੌਂਪੜੀ ਬਣਾ ਕੇ ਭਗਤੀ ਕਰਦੇ ਨੇ। ਅੱਛਾ ਜੀ। ਹਾਂਜੀ, ਇਹ ਤਕਰੀਬਨ 9 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਹੁੰਦਾ ਜੀ। ਉਹਨੇ ਆਪਣੀ ਬਾਲਕੋਨੀ ਦੇ ਬਾਹਰ ਅਪਾਰਟਮੈਂਟ ਦੇ ਵਿੱਚ ਉਹ ਝੌਂਪੜੀ ਬਣਾ ਲਈ ਤੇ ਮਾਲਕਾਂ ਨੇ ਕਿਹਾ ਨਹੀਂ ਯਾਰ, ਸਾਡੀ ਦਿੱਖ ਖਰਾਬ ਹੁੰਦੀ ਆ, ਸਾਡੇ ਲੋਕੀ ਇਤਰਾਜ਼ ਕਰਦੇ ਆ, ਨਹੀਂ ਬਣਾਉਣ ਦੇਣੀ ਤੁਹਾਨੂੰ। ਉਹ ਕੇਸ ਚਲਾ ਗਿਆ ਕੋਰਟ ਦੇ ਵਿੱਚ, ਲਾ ਗਿਆ ਮਾਲਕ ਉਹਨਾਂ ਨੂੰ। ਉਹ ਮਾਲਕ, ਉਹਨਾਂ ਨੇ ਫਿਰ ਮਾਲਕਾਂ ਨੇ ਸੋਚਿਆ ਵੀ ਕੈਨੇਡਾ ਦਾ ਕਾਨੂੰਨ ਕਹਿੰਦਾ ਵੀ ਅਕੋਮੋਡੇਸ਼ਨ ਕਰਨੀ ਚਾਹੀਦੀ ਆ। ਉਹਨੇ 2 ਪਾਦਰੀ ਲੱਭ ਲਏ ਜਿਹੜੇ ਸਿੱਖਾਂ ਨਾਲ ਵੀ ਇਹੋ ਜਿਹੀ ਹਰਕਤਾਂ ਹੁੰਦੀਆਂ ਨੇ, ਹਮੇਸ਼ਾ ਹੀ ਹੁੰਦੀਆਂ ਨੇ, ਲੱਭ ਲਿਆ ਕਰਦੇ ਨੇ ਲੋਕ ਜਿਹੜੇ ਉਹਨਾਂ ਦੀ ਸਹਿਮਤੀ ਵਾਲੇ ਹੁੰਦੇ ਨੇ। 2 ਪਾਦਰੀ ਲੱਭ ਲਏ ਔਰ ਪਾਦਰੀਆਂ ਨੂੰ ਤਿਆਰ ਕਰ ਲਿਆ ਵੀ ਤੁਸੀਂ ਕਹੋ ਵੀ ਇਹ ਇਹਨਾਂ ਸਾਰਿਆਂ ਜਿੰਨੇ ਪਰਿਵਾਰ ਇਹ ਹੈਗੇ ਨੇ, 4 ਪਰਿਵਾਰ ਸੀ ਉਹ ਯਹੂਦੀਆਂ ਦੇ, ਉੱਥੇ ਰਹਿੰਦੇ ਉਸ ਅਪਾਰਟਮੈਂਟ ਦੇ ਵਿੱਚ, ਇਹਨਾਂ ਨੂੰ ਇੱਕ ਸਾਂਝੀ ਬਣਾ ਦਿੰਦੇ ਆ। ਉਹ ਸਾਂਝੀ ਝੌਂਪੜੀ ਬਾਹਰ ਯਾਰਡ ਦੇ ਵਿੱਚ ਬਣਾ ਦਿੰਦੇ, ਉਹਨੂੰ ਵਰਤ ਲੈਣ। ਤੇ ਉਹ ਕਹਿੰਦੇ ਵੀ ਨਹੀਂ ਵਰਤਣੀ। ਉਹ ਕੇਸ ਚੱਲ ਜਾਂਦਾ ਉਹ ਹਾਰ ਗਿਆ, ਲੋਅਰ ਲੈਵਲ 'ਤੇ ਹਾਰ ਗਿਆ। ਅੱਛਾ ਜੀ। ਅਪੀਲ 'ਚ ਵੀ ਹਾਰ ਗਿਆ, ਸੁਪਰੀਮ ਕੋਰਟ ਚਲਾ ਗਿਆ। ਅਸੀਂ ਫਿਰ ਸੋਚਿਆ ਉਸ ਟਾਈਮ ਦੇ ਉੱਤੇ ਵੀ ਸਾਨੂੰ ਇੰਟਰਵੀਨ ਕਰਨਾ ਚਾਹੀਦਾ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ, ਕਿਉਂਕਿ ਸਾਡੀ ਮਾਰਫਤ ਜਿਹੜੀ ਹਿਊਮਨ ਰਾਈਟਸ ਤੇ ਇਹਨਾਂ ਨਾਲੋਂ ਵੱਖਰੀ ਹੈ। ਅੱਜ ਇਹਨਾਂ 'ਤੇ ਅਸਰ ਪੈ ਰਿਹਾ, ਕੱਲ੍ਹ ਨੂੰ ਸਾਡੇ 'ਤੇ ਵੀ ਪੈ ਸਕਦਾ। ਅਸੀਂ ਫਿਰ ਜਿਹੜਾ ਪੱਖ ਪੇਸ਼ ਕੀਤਾ ਜੀ, ਉਹ ਪੱਖ ਇੱਕ ਬਹੁਤ ਹੀ ਵਿਲੱਖਣਤਾ ਵਾਲਾ ਪੱਖ ਸੀ ਹਰਜੀਤ ਸਿੰਘ ਜੀ। ਉਹਨੇ ਕੈਨੇਡਾ ਦਾ ਕਾਨੂੰਨ ਬਦਲ ਕੇ ਰੱਖ ਦਿੱਤਾ। ਤਦ ਤੱਕ ਅਸੀਂ ਹਮੇਸ਼ਾ ਸਾਰੇ ਐਕਸਪਰਟਸ ਨੂੰ ਕਾਲ ਕਰਿਆ ਕਰਦੇ ਸੀ, ਅਸੀਂ ਵੀ ਕਰਦੇ ਰਹੇ। ਡਾਕਟਰ ਸਪੈਲਮੈਨ ਮੇਰੇ ਨਾਲ 12 ਸਾਲ ਕੰਮ ਕਰਦਾ ਰਿਹਾ। ਅਸੀਂ ਜਿੰਨੇ ਕੇਸ ਲੜਦੇ ਸੀ, ਸਪੈਲਮੈਨ ਨੂੰ ਗਵਾਹ ਸੱਦਣਾ, ਤੂੰ ਕਹਿ ਵੀ ਇਹਨਾਂ ਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਹੈ, ਤੂੰ ਕਹਿ ਇਹਨਾਂ ਨੂੰ 5 ਕਕਾਰ ਪਾਉਣ ਦੀ ਇਜਾਜ਼ਤ ਹੈ। ਮੈਂ ਉਹ ਐਕਸਪਰਟ ਹੈ, ਮੈਂ ਉਹਨੇ ਕਹਿਣਾ ਜੀ ਮੈਂ ਇੱਕ ਪੜ੍ਹਾਈ ਕੀਤੀ ਹੋਈ ਹੈ, ਮੈਂ ਹੈਡ ਹੈਗਾ ਡਿਪਾਰਟਮੈਂਟ ਦਾ, ਮੈਨੂੰ ਪਤਾ ਸਿੱਖਾਂ ਦੇ ਕਿਹੜੇ ਹੱਕ ਹੋਣੇ ਚਾਹੀਦੇ ਨੇ। ਤਾਂ ਅਸੀਂ ਇਸ ਤਰ੍ਹਾਂ ਕੇਸ ਜੱਦੇ ਹੁੰਦੇ ਸੀ। ਪਰ ਉੱਥੇ ਅਸੀਂ ਸੋਚਿਆ ਵੀ ਨਾ ਐਕਸਪਰਟ ਕਿੱਦਾਂ ਕਿਸੇ ਨੂੰ ਕੋਈ ਦੱਸ ਸਕਦਾ।
ਔਰ ਜਿਹੜਾ ਪੱਖ ਸਾਡਾ WSO ਦਾ ਉੱਥੇ ਪੇਸ਼ ਕੀਤਾ ਗਿਆ ਸੀ ਸਾਡੇ ਵਕੀਲਾਂ ਵੱਲੋਂ ਉਸ ਟਾਈਮ ਤੇ ਮੈਂ ਹੁਣ ਚਲੋ ਨਾ ਤੁਸੀਂ ਲੈ ਚੁੱਕੇ ਹੋ ਪਲਵਿੰਦਰ ਕੌਰ ਦੇ ਸਾਰੇ ਕੇਸ ਇਹਦੇ ਕੇਸ ਸਾਰੇ ਫਾਈਟ ਕੀਤੇ ਹੋਏ ਨੇ ਸੁਪਰੀਮ ਕੋਰਟ ਦੇ ਜਿੰਨੇ ਵੀ ਕੇਸ ਆਪਣੇ ਫਾਈਟ ਕੀਤੇ ਹੋਏ ਨੇ ਹਾਂਜੀ ਸੋ ਇਹਦਾ ਜਿਹੜਾ ਪੱਖ ਪੇਸ਼ ਕੀਤਾ ਸੀਗਾ ਉਹ ਇਹ ਕੀਤਾ ਸੀ ਵੀ ਇੱਕ ਐਕਸਪਰਟ ਕਿਸੇ ਦੀ ਮਾਨਸਿਕ ਹਾਲਾਤ ਨੂੰ ਕਿਸ ਤਰ੍ਹਾਂ ਜਾਣ ਸਕਦਾ। ਹਰਜੀਤ ਸਿੰਘ ਦਾ ਕਿਸੇ ਹੋਰ ਲੈਵਲ ਤੇ ਸਿੱਖੀ ਦੀ ਪ੍ਰੈਕਟਿਸ ਹੋ ਸਕਦੀ, ਗਿਆਨ ਸਿੰਘ ਦੀ ਕਿਸੇ ਹੋਰ ਲੈਵਲ ਤੇ ਹੋ ਸਕਦੀ ਹੈ, ਤੀਸਰੇ ਬੰਦੇ ਦੀ ਕਿਸੇ ਹੋਰ ਲੈਵਲ ਤੇ ਇਹੀ ਹਾਲਾਤ ਹੈ ਯਹੂਦੀਆਂ ਦੀ। ਇਹ ਦੋ ਯਹੂਦੀ ਪਾਦਰੀ ਜਿਹੜੇ ਤੁਹਾਡੇ ਐਕਸਪਰਟ ਪੇਸ਼ ਕੀਤੇ ਨੇ ਤੁਸੀਂ ਨੇ ਇਹ ਦੇ ਹੈਵ ਜ਼ੀਰੋ ਨੌਲੇਜ ਸਾਡੀ ਆਤਮਕ ਅਵਸਥਾ ਦੀ। ਸਿੱਖ ਇਹ ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੀ ਤੁਹਾਡੀ ਧਰਮ ਹੈ ਇਹ ਇੰਡੀਵਿਜੂਅਲਿਸਟਿਕ ਹੈ। ਆਤਮਾ ਤੁਹਾਡੀ ਹਾਂ ਉਹ ਜਿਹੜੀ ਰੂਹ ਦੀ ਖੁਰਾਕ ਉਹ ਇੰਡੀਵਿਜੂਅਲ ਦੱਸ ਸਕਦਾ। ਇਸ ਕਰਕੇ ਤੁਸੀਂ ਇਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਵੀ ਇੱਕ ਸਾਂਝੀ ਝੌਂਪੜੀ ਬਣਾ ਕੇ ਭਗਤੀ ਕਰਨ। ਇਹਨਾਂ ਨੂੰ ਇੰਡੀਵਿਜੂਅਲ ਬਣਾਉਣ ਦਾ ਹੀ ਅਖਤਿਆਰ ਹੋਣਾ ਚਾਹੀਦਾ। ਉਹ ਫੈਸਲਾ 9-0 ਨਾਲ ਹੋਇਆ ਸੀ। ਵਾਹ ਉਹਨੇ ਕੈਨੇਡਾ ਦਾ ਕਾਨੂੰਨ ਬਦਲ ਕੇ ਰੱਖ ਦਿੱਤਾ। ਮੈਨੂੰ ਇਸ ਚੀਜ਼ ਦੀ ਰਾਏ ਅੱਜ ਤੱਕ ਕਾਨੂੰਨ ਹੁਣ ਸਾਨੂੰ ਕੋਈ ਐਕਸਪਰਟ ਕਾਲ ਨਹੀਂ ਕਰਨੇ ਪੈਂਦੇ। ਇੱਥੇ ਬਸ ਨਹੀਂ ਹੈ ਕਿ ਮੈਂ ਸਭ ਤੋਂ ਵੱਡੀ ਕੌਮ ਤੁਸੀਂ ਗਿਣਦੇ ਆ ਆਪਾਂ ਕੈਥਲਿਕ ਧਰਮ ਵਾਲੇ ਜੀ। ਕੈਥਲਿਕ ਧਰਮ ਦਾ ਇੱਕ ਸਕੂਲ ਹੈ ਜੀ ਚੱਲਦਾ ਇਹਨਾਂ ਦੇ ਆਪਣੇ ਨਾਰਥ ਅਮਰੀਕਾ ਵਿੱਚ ਦੁਨੀਆ ਭਰ 'ਚ ਚੱਲਦੇ ਨੇ ਇਹਨਾਂ ਦੇ ਲਾਇਓਲਾ ਹੈ ਨੇ ਇੰਸਟੀਚਿਊਟਾਂ ਦੇ LOYOLA। ਇਹਨਾਂ ਦੇ ਸਕੂਲ ਸੀਗਾ ਹਾਈ ਸਕੂਲ ਮੌਂਟਰੀਅਲ ਦੇ ਵਿੱਚ। ਉਹਨਾਂ ਨੂੰ ਵੀ ਮੁਸ਼ਕਿਲ ਆ ਗਈ। ਇੱਕ ਕੋਰਸ ਧਾਰਮਿਕ ਕੋਰਸ ਪੜ੍ਹਾ ਰਹੇ ਸੀ, ਸਰਕਾਰ ਕਹਿ ਰਹੀ ਉਹਨੂੰ ਬਦਲੋ ਕੋਰਸ ਨੂੰ ਥੋੜ੍ਹਾ। ਉਹ ਹਰ ਗਏ, ਉਹ ਵੀ ਲੋਅਰ ਲੈਵਲ 'ਤੇ ਹਰ ਗਿਆ, ਅਪੀਲ 'ਚ ਵੀ ਹਰ ਗਿਆ। ਫਿਰ ਉਹਨੇ ਆਪ ਸਾਨੂੰ ਕਾਲ ਕੀਤਾ। ਉਹ ਕਹਿੰਦੇ ਯਾਰ WSO ਵਾਲਿਓ ਤੁਹਾਡੇ ਕੋਲ ਐਕਸਪਰਟੀਜ਼ ਹੈਗੀ ਆ ਇਸ ਕਾਨੂੰਨ ਦੀ, ਸਾਡੀ ਮਦਦ ਕਰੋ ਧਰਮ ਦੀ ਰੱਖਿਆ ਕਰਨ ਵਾਲੇ। ਹਾਂ ਉਹ ਅਮਰੀਕਾ ਤੋਂ ਉਹਨਾਂ ਦੀ ਹੈੱਡ ਆਫਿਸ ਦੀ ਸਾਨੂੰ ਕਾਲ ਆਈ ਅਤੇ ਅਸੀਂ ਉੱਤੇ ਵਿਚਾਰ ਕਰਕੇ ਫਿਰ ਸੰਸਥਾ ਵੱਲੋਂ ਕਿਹਾ ਵੀ ਠੀਕ ਹੈ ਜੀ ਅਸੀਂ ਇੰਟਰਵੀਨ ਕਰਦੇ ਹਾਂ ਪਰ ਤੁਸੀਂ ਦਖਲਅੰਦਾਜ਼ੀ ਸਾਡੇ 'ਚ ਨਹੀਂ ਕਰਨੀ। ਅਸੀਂ ਤੁਹਾਡੇ ਨਾਲ ਰਲ ਕੇ ਨਹੀਂ ਕਰਨਾ, ਅਸੀਂ ਇੰਡੀਪੈਂਡੈਂਟਲੀ ਪੇਸ਼ਕਸ਼ ਆਪਣੀ ਕਰਾਂਗੇ। ਉਹ ਅਸੀਂ ਕੀਤੀ, ਉਹ ਵੀ ਆਪਾਂ 9-0 ਨਾਲ ਜਿੱਤਿਆ ਸੀਗਾ। ਵਾਹ। ਸੋ ਜਿੰਨੇ ਵੀ ਕੇਸਿਸ ਨੇ ਚਾਹੇ ਕਿਸੇ ਮੁਸਲਮਾਨ ਬੱਚੀਆਂ ਦਾ ਸਾਕਰ ਖੇਡਣ ਤੇ ਲਾ ਲਓ ਹਜਾਬ ਪਾਉਣ ਦੇ ਕੇਸ ਲਏ ਨੇ। ਮੈਂ ਇੱਕ ਹੋਰ ਇੰਟਰਸਟਿੰਗ ਬੜਾ ਕੇਸ ਸਾਡੇ ਕੋਲ ਆ ਗਿਆ ਸੀਗਾ ਸਕਾਟਿਸ਼ ਮੁੰਡੇ ਦਾ। ਅੱਛਾ ਜੀ। ਸਕਾਟਿਸ਼ ਮੁੰਡਾ ਅਲਬਰਟਾ ਦਾ ਸੀ। ਉਹ ਆਪਣੀ ਕਿਲਟ ਪਾ ਕੇ ਆਪਣਾ ਜਿਹੜੀ ਘੱਗਰੀ ਉਹ ਪਾ ਕੇ ਗ੍ਰੈਜੂਏਟ ਹੋਣਾ ਚਾਹੁੰਦਾ ਸੀ ਜਿੱਦਾਂ ਹੁਣ ਆਪਣੀਆਂ ਬੱਚੀਆਂ ਸੂਟ ਪਾ ਕੇ ਹੁੰਦੀਆਂ ਨੇ, ਠੀਕ ਹੈ ਜੀ। ਪਰ ਉੱਥੇ ਤੇ ਸੁਪਰਡੈਂਟ ਨੇ ਨਾ ਕਰਤੀ ਵੀ ਤੂੰ ਨਹੀਂ, ਤੈਨੂੰ ਪੂਰੀ ਨਹੀਂ, ਤੂੰ ਕਿਲਟ ਪਾ ਕੇ ਨਹੀਂ ਆ ਸਕਦਾ ਉਹਦੇ ਨੂੰ। ਅਸੀਂ 2 ਦਿਨ ਸੋਚਦੇ ਰਹੇ, ਬੜੀ ਮੀਡੀਆ ਵਿੱਚ ਚਰਚਾ ਚੱਲੀ ਵੀ ਕੋਈ ਨਾ ਕੋਈ ਈਸਾਈ ਖੇਤਰ ਦੇ ਵਿੱਚੋਂ ਉਹਦੀ ਬਾਂਹ ਫੜਨਗੇ। ਕਿਸੇ ਨੇ 2 ਦਿਨ ਨਹੀਂ ਉਹਦੇ ਵਿਚਾਰੇ ਦੀ ਬਾਂਹ ਫੜੀ। ਤੀਸਰੇ ਦਿਨ ਫਿਰ ਅਸੀਂ ਉਹਨੂੰ ਕਾਲ ਕਰ ਲਈ ਵੀ ਬੇਟਾ ਅਸੀਂ ਤੇਰੀ ਬਾਂਹ ਫੜਦੇ ਹਾਂ ਯਾਰ, ਇੱਦੀ ਕਿਹੜੀ ਗੱਲ ਹੈਗੀ, ਅਸੀਂ ਤੇਰੇ ਨਾਲ ਸਟੈਂਡ ਕਰਦੇ ਹਾਂ। ਔਰ ਉਹ 48 ਘੰਟੇ ਦੇ ਅੰਦਰ ਅੰਦਰ ਅਸੀਂ ਸਾਰਾ ਬਦਲਾ ਕੇ ਰੱਖ ਦਿੱਤਾ ਸੀ। ਔਰ ਉਹ ਗ੍ਰੈਜੂਏਟ ਹੋਇਆ ਕਿਲਟ ਪਾ ਕੇ। ਇਨਫੈਕਟ ਜਦੋਂ ਉਹਨਾਂ ਦਾ ਉੱਥੇ ਬਾਅਦ ਦੇ ਵਿੱਚ ਫਾਇਰ ਗੱਡੀ ਦੇ ਉੱਤੇ ਚੜ੍ਹ ਕੇ ਫੜ ਕੇ ਗਿਆ। ਕਹਿੰਦਾ ਮੈਂ ਤਾਂ ਹੁਣ ਆਪਣਾ ਆਲਮੋਸਟ ਜਲੂਸ ਦੇ ਰੂਪ ਵਿੱਚ ਹੀ ਬਾਹਰ ਜਾਣਾ ਹੈਗਾ, ਤੁਸੀਂ ਮੈਨੂੰ ਕਿੱਦਾਂ ਰੋਕਿਆ ਹੈਗਾ। ਕਿੱਡਾ ਮਾਣ ਹੋ ਇੰਟਰਫੇਥ ਦੇ ਵਿੱਚ ਕੌਮ ਦਾ। ਦੇਖੋ ਜੀ ਸਾਡੀ ਆਹ ਚੀਜ਼ ਜਿਹੜੀ ਹੈ ਨਾ ਹਰਜੀਤ ਸਿੰਘ ਦੀ, ਇਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਪ੍ਰਾਪਤੀਆਂ ਕਰਕੇ ਹੀ ਅੱਜ ਅਸੀਂ ਕੁਛ ਆਜ਼ਾਦੀਆਂ ਮਾਣ ਰਹੇ। ਮੈਨੂੰ ਮਾਣ ਹੈ ਜਿਹਦੇ ਵਿੱਚ ਤੁਹਾਡੇ ਫਾਦਰ ਸਾਹਿਬ ਦਾ ਵੀ, ਤੁਹਾਡੇ ਆਪਣੇ ਸੁਖੀ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਬਿਲਕੁਲ ਬੜਾ ਮਿਹਨਤ ਕੀਤੀ, ਕਿਉਂਕਿ ਸਾਡੇ ਨਾਲ ਦੇ ਸਾਥੀ ਨੇ। ਸੋ ਮੈਨੂੰ ਖੁਸ਼ੀ ਹੈ ਸਾਡੇ ਸਾਥੀ ਸਾਡੇ ਨਾਲ ਬਹੁਤ ਦੇਰ ਮਿਹਨਤਾਂ ਕਰਦੇ ਆ ਰਹੇ ਨੇ, ਚੱਲੇ ਜਾ ਰਹੇ ਨੇ। ਦੇਖੋ ਸਾਡਾ ਸਮਾਂ ਨਿਕਲ ਰਿਹਾ ਹੈਗਾ। ਅੱਜ ਨੌਜਵਾਨੀ ਤੁਹਾਡਾ ਸਭ ਤੋਂ ਵੱਧ, ਤੁਹਾਡਾ ਤੋਂ ਅੱਤ ਵੱਧ ਬੱਚਿਆਂ ਦਾ, ਅਗਲਿਆਂ ਦਾ 3-4 ਪੀੜ੍ਹੀ ਆ ਚੱਲੀ ਆ ਹੁਣ। ਆਈ ਥਿੰਕ ਇਸ ਪੱਖ ਦੇ ਉੱਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਇਸ ਮੈਂ ਤੁਹਾਨੂੰ ਲੰਬਾ ਸ਼ਾਇਦ ਲੈ ਗਿਆ ਉਹਦੇ ਬਾਰੇ। ਬਟ ਅ ਜਰਨੀ, ਇਟਸ ਇੰਜੋਏਬਲ ਜਰਨੀ। ਮੈਨੂੰ ਪਤਾ ਇਹਦੇ ਵਿੱਚ ਤਕਲੀਫਾਂ ਬਹੁਤ ਆਈਆਂ ਨੇ, ਕੋਈ ਗੱਲ ਨਹੀਂ, ਉਹ ਤਕਲੀਫਾਂ ਹੋਇਆ ਕਰਦੀਆਂ ਨੇ। ਸੱਚ ਬੋਲਣ 'ਤੇ ਹਮੇਸ਼ਾ ਹੀ ਤਕਲੀਫ ਹੁੰਦੀ ਆ। ਜੇ ਕਿਸੇ ਨੂੰ ਉੱਦਾਂ ਹੀ ਖੁਸ਼ ਕਰਨਾ ਜਦ ਮਰਜ਼ੀ ਖੁਸ਼ ਕਰ ਲਓ, ਕਿਹੜੀ ਗੱਲ ਹੈਗੀ, ਉਹ ਸੌਖਾ ਬਹੁਤ ਕੰਮ। ਅੱਛਾ ਜੀ, ਹੁਣ ਜਿਹੜਾ ਇਹ ਵੱਡਾ ਪ੍ਰੋਜੈਕਟ ਜਦ ਗੁਰੂ ਨਾਨਕ ਇੰਸਟੀਚਿਊਟ ਦੀ ਗੱਲ ਹੋਈ ਤੇ ਇਹ ਹੁਣ ਗੱਲ ਚੱਲ ਰਹੀ ਆ ਵੀ ਬਹੁਤ ਵੱਡੀ ਇੱਕ ਯੂਨੀਵਰਸਿਟੀ WSO ਬਣਾ ਰਿਹਾ। ਹੁਣ ਇਸ ਇੰਸਟੀਚਿਊਟ ਬਾਰੇ ਦੱਸੋ। ਦੇਖੋ ਜੀ WSO ਨਹੀਂ ਬਣਾ ਰਹੀ, ਮੈਂ ਇਸ ਚੀਜ਼ ਨੂੰ ਛੱਡਦਾ। ਵਿਲੱਖਣ ਦਾ 2 ਵੱਖਰੀਆਂ ਸੰਸਥਾਵਾਂ ਇਸ ਤਰ੍ਹਾਂ ਜੀ ਗੱਲ ਨਹੀਂ ਬਾਹਰ ਤਾਂ ਕਲੀਅਰ ਕਰੋ ਕਿਉਂਕਿ ਮੇਰਾ ਨਾਂ ਜੁੜ ਜਾਂਦਾ ਹੈਗਾ। ਇਸ ਕਰਕੇ ਮੇਰੇ ਨਾਂ ਜੁੜਨ ਦੇ ਨਾਲ ਇਸ ਵੇਲੇ WSO ਇੱਕ ਇੰਡੀਪੈਂਡੈਂਟ ਇੰਸਟੀਚਿਊਟ ਆ। ਨੌਜਵਾਨ ਕੈਨੇਡੀਅਨ ਬੋਰਨ ਬੱਚੇ ਉਹਨੂੰ ਚਲਾਉਂਦੇ, ਬਹੁਤ ਵਧੀਆ ਚਲਾਉਂਦੇ ਨੇ। ਮੈਨੂੰ ਖੁਸ਼ੀ ਹੁੰਦੀ ਆ, ਮਾਣ ਮਹਿਸੂਸ ਹੁੰਦਾ ਵੀ ਅੱਜ ਸਾਡੀ ਨਵੀਂ ਜਨਰੇਸ਼ਨ ਆ। ਮੇਰੇ ਮਨ 'ਚ ਸੀ ਵੀ ਹੁਣ ਮੈਂ ਥੋੜ੍ਹਾ ਜਿਹਾ ਵਿਹਲਾ ਹੋ ਗਿਆ ਸੀਗਾ, ਠੀਕ ਹੈ ਜੀ। ਨੌਜਵਾਨ ਪੀੜ੍ਹੀ ਨੇ ਉਹ ਕਾਰੋਬਾਰ ਚੱਲਦਾ ਵੀ ਸਾਨੂੰ ਕੋਈ ਨਵਾਂ ਖੇਤਰ ਦੇ ਵਿੱਚ ਕਰਨਾ ਚਾਹੀਦਾ। ਸਾਡੀ ਕਮਿਊਨਿਟੀ ਦੇ ਵਿੱਚ ਛੋਟੇ ਸਕੂਲ ਚੱਲਦੇ ਨੇ, ਐਲੀਮੈਂਟਰੀ ਚੱਲਦੇ ਨੇ, ਵਧੀਆ ਚੱਲਦੇ ਨੇ, ਹਾਈ ਸਕੂਲ ਵੀ ਚੱਲਦੇ ਨੇ। ਮੈਨੂੰ ਬਹੁਤ ਖੁਸ਼ੀ ਹੁੰਦੀ ਆ, ਮੈਂ ਮੁਬਾਰਕਾਂ ਉਹਨਾਂ ਸਾਰਿਆਂ ਚਾਲਕਾਂ ਨੂੰ। ਪਰ ਯੂਨੀਵਰਸਿਟੀ ਲੈਵਲ ਦੇ ਉੱਤੇ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਸੀ। ਮੇਰੇ ਮਨ ਵਿੱਚ ਆ ਰਿਹਾ ਸੀ ਕੁਛ ਦੇਰ ਤੋਂ ਕਿ ਯੂਨੀਵਰਸਿਟੀ ਆਪਣੀ ਬਣਨੀ ਚਾਹੀਦੀ ਹੈ। ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਿਜ਼ਨਸ ਸਾਈਡ 'ਤੇ ਅਸੀਂ ਗੱਲਬਾਤ ਕਰਨੀ ਸ਼ੁਰੂ ਕੀਤੀ। ਹਰ ਇੱਕ ਹੀ ਮੇਰਾ ਚਾਹੁੰਦਾ ਕਿ ਬਿਜ਼ਨਸ ਜਿਹੜਾ ਹੈ ਫਾਰ ਪ੍ਰੋਫਿਟ ਹੋਵੇ, ਪਰ ਮੈਂ ਇਹ ਨਾਨ ਪ੍ਰੋਫਿਟ ਬਣਾਉਣੀ ਚਾਹੁੰਦਾ ਸਾਂ, ਸਿਮਿਲਰ ਟੂ WSO। ਕਿਉਂਕਿ WSO ਵੀ ਮੈਂ ਸਰੋਤਿਆਂ ਨੂੰ ਦੱਸਦਾ ਕਦੇ ਕਿਸੇ ਤੋਂ ਕੋਈ ਪੈਸਾ ਚਾਰਜ ਨਹੀਂ ਜੇ ਕਰਦੇ ਹੋ ਜਿੰਨੇ ਉਹਨਾਂ ਦੇ ਵਕੀਲ ਨੇ। ਓਕੇ,
ਜਿੰਨੇ ਸਾਰੇ ਫਰੀ ਵਕੀਲ ਜਿਹੜੇ ਜਿੰਨੇ ਜੇ ਬੱਚੀ ਨੇ ਉੱਥੇ 26 ਸਾਲ ਕੰਮ ਕੀਤਾ ਤੇ ਫਰੀ ਕੀਤਾ ਜੇ। ਸੋ ਇਸ ਕਰਕੇ ਅਸੀਂ ਹੁਣ ਵੀ ਸਾਡੇ ਕੋਲ ਉੱਥੇ ਵਕੀਲ ਜਿਹੜੇ ਕੰਮ ਕਰਦੇ ਨੇ ਲੋਕਾਂ ਕੋਲ ਪੈਸੇ ਨਹੀਂ ਜੇ ਚਾਰਜ ਕਰਦੇ। ਠੀਕ ਆ, ਲੋਕ ਉਹਨਾਂ ਨੂੰ ਸਪੋਰਟ ਕਰਦੇ ਆ, ਚੱਲਦੇ ਵੱਖਰੇ ਕੰਮਾਂ ਲਈ ਸੰਸਥਾ ਨੂੰ, ਕਿਉਂਕਿ ਉਹਦੇ ਕਾਰਜ ਬਥੇਰੇ ਹੋਰ ਹੋਇਆ ਕਰਦੇ ਨੇ। ਇਸੇ ਸੇਮ ਲੈਵਲ 'ਤੇ ਮੈਂ ਸ਼ੁਰੂ ਕਰਨਾ ਚਾਹੁੰਦਾ ਸੀ ਨਾਨ ਪ੍ਰੋਫਿਟ ਚੈਰੀਟੇਬਲ ਆਰਗੇਨਾਈਜੇਸ਼ਨ। ਚਲੋ ਅਸੀਂ ਠੀਕ ਆ, 5 ਪਰਿਵਾਰ ਮੇਰੇ ਕੋਲ ਇਕੱਠੇ ਹੋਏ, ਸੱਚੀ ਗੱਲ ਆ। ਸ਼ੁਰੂਆਤ ਦੇ ਵਿੱਚ 5 ਪਰਿਵਾਰ ਵੀ ਬਹੁਤ ਹੁੰਦੇ, 5 'ਚ ਪਰਮੇਸ਼ਰ ਵਸਦਾ, ਮੇਰੇ ਪਾਤਸ਼ਾਹ ਸਾਹਿਬ ਜਾਣੇ ਅਰਦਾਸ ਕਰਕੇ ਅਸੀਂ ਸ਼ੁਰੂ ਕਰ ਦਿੱਤੀ। ਇਹ ਪਹਿਲੀ ਯੂਨੀਵਰਸਿਟੀ ਹੋਏਗੀ ਬਣੀ ਹਿੰਦੁਸਤਾਨ ਤੋਂ ਬਾਹਰ ਜਿਹੜੀ ਇਸ ਲੈਵਲ 'ਤੇ ਬਣੇਗੀ। ਬਾਕੀ ਹੈਗੀਆਂ ਨੇ, ਚੱਲਦੇ ਨੇ, ਲੋਕਾਂ ਨੇ ਜਗ੍ਹਾ ਲਈਆਂ ਨੇ, ਚਲਾ ਰਹੇ ਨੇ, ਸੇਵਾ ਕਰ ਰਹੇ ਨੇ ਵੱਖਰੇ ਲੈਵਲ 'ਤੇ। ਮੁਬਾਰਕਾਂ ਸਾਰਿਆਂ ਨੂੰ। ਪਰ ਕੋਈ ਵੀ ਯੂਨੀਵਰਸਿਟੀ ਬਣਾਉਣ ਵਾਸਤੇ ਐਕੈਡੈਮਿਕ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਜਿਹੜੇ ਵਿਦਵਾਨ ਲੋਕ, ਖੋਜੀ ਲੋਕ ਤੁਹਾਡੇ ਨਾਲ ਜੁੜਦੇ ਨਹੀਂ ਨਾ, ਸਾਡੇ ਕੋਲ ਟੀਮ 115 ਦੀ ਹੈ। ਦੁਨੀਆ ਭਰ ਦੇ ਵਿੱਚੋਂ ਪ੍ਰੋਫੈਸਰ ਜੁੜੇ ਹੋਏ ਨੇ ਔਰ ਚੰਗੇ ਲੈਵਲ 'ਤੇ ਉਹ ਪ੍ਰੋਫੈਸਰ ਜੁੜੇ ਹੋਏ ਨੇ। ਮੈਂ ਮਾਣ ਨਾਲ ਕਹਿ ਸਕਦਾ ਸਿੱਖਾਂ ਦੀ ਇੱਕ ਸ਼ਖਸੀਅਤ ਡਾਕਟਰ ਬਲਜੀਤ ਸਿੰਘ ਇੱਕੋ ਹੀ ਇੱਕ ਆਇਆ, ਠੀਕ ਹੈ ਜੀ, ਜਿਹੜਾ ਸੈਸਕਟੂਨ ਯੂਨੀਵਰਸਿਟੀ ਦੇ ਵਿੱਚ ਨੇ ਵਾਈਸ ਪ੍ਰੈਜ਼ੀਡੈਂਟ ਰਿਸਰਚ ਖੇਤਰ ਦੇ ਉੱਤੋਂ। ਉਹਨਾਂ ਦੀ ਖੋਜ ਦਾ ਖੇਤਰ ਜਿਹੜਾ ਹੈਗਾ ਆ ਉਹ ਦੁਨੀਆ ਭਰ 'ਚ ਜਾਣਿਆ ਪਹਿਚਾਣਿਆ ਜਾਂਦਾ। ਈਵਨ ਜਿਹੜੇ ਫਾਈਜ਼ਰ ਦੇ ਤੁਸੀਂ ਟੀਕੇ ਲਵਾ ਚੁੱਕੇ ਹੋ ਉਹਨਾਂ ਵਿੱਚ ਹੱਥ ਹੈ ਉਹਨਾਂ ਦਾ। ਅੱਛਾ, ਉਹ ਇਹੋ ਜਿਹੇ ਵਿਦਵਾਨ ਸਾਡੇ ਨਾਲ ਜਾਂ ਜੁੜੇ ਹੋਣ ਤਾਂ ਮੈਂ ਕਿਸ ਤਰ੍ਹਾਂ ਕਹਿ ਸਕਦਾ ਵੀ ਸਾਡੀ ਇਹ ਇੰਸਟੀਚਿਊਟ ਨਹੀਂ ਵਧੀਆ ਬਣੇਗੀ। ਇਹਦੇ ਵਾਸਤੇ 3 ਪੜਾਅ ਹੋਇਆ ਕਰਦੇ ਨੇ ਹਰਜੀਤ ਸਿੰਘ ਜੀ। ਪਹਿਲਾ ਪੜਾਅ ਹੋਇਆ ਕਰਦਾ ਵੀ ਤੁਸੀਂ ਪਰਮਿਸ਼ਨ ਲਓ ਡਿਪਲੋਮਾ ਤੇ ਸਰਟੀਫਿਕੇਟ ਦੇਣ ਦੀ ਸਰਕਾਰ ਦੇ ਕੋਲੋਂ। ਹਰ ਕੋਰਸ ਤੁਹਾਨੂੰ ਸਰਕਾਰ ਦੇ ਕੋਲੋਂ ਅਪਰੂਵ ਕਰਾਉਣਾ ਪੈਂਦਾ। ਇਹਦਾ ਨਾਂ ਅਸੀਂ ਰੱਖਿਆ ਸੀ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼। ਹਾਂਜੀ, ਕਿਉਂਕਿ ਤਾਂ ਜੋ ਅਸੀਂ ਪੂਰੇ ਖਿੱਤੇ ਦੁਨੀਆ ਦੇ ਨੂੰ ਇਹਦੇ ਵਿੱਚ ਲਿਆਉਣਾ ਚਾਹੁੰਦੇ ਹਾਂ। ਉਹਦੇ ਆਧਾਰ ਦੇ ਉੱਤੇ ਇੰਸਟੀਚਿਊਟ ਦੇ ਵਿੱਚ ਸਾਨੂੰ ਅਪਰੂਵਲ ਮਿਲਣ ਦੇ ਵਿੱਚ 6 ਤੋਂ 8 ਮਹੀਨੇ ਲੱਗ ਗਏ ਸਨ। ਅੱਛਾ ਜੀ। ਹਾਂਜੀ, ਸਾਨੂੰ ਅਪਰੂਵਲ ਮਿਲੀ ਹੋਈ ਆ ਕਾਲਜ ਦੀ ਟਾਈਪ ਦੀ, ਅਸੀਂ ਡਿਪਲੋਮੇ ਦੇ ਸਕਦੇ ਹਾਂ। ਇਸ ਵੇਲੇ 4 ਡਿਪਲੋਮੇ ਸਾਡੇ ਕੋਲ ਨੇ, 2 ਸਰਟੀਫਿਕੇਟ ਕੋਰਸ ਚੱਲਦੇ ਨੇ। ਇੱਕ ਅਗਲਾ ਡਿਪਲੋਮਾ ਜਿਹੜਾ ਸਾਡਾ ਉਹ ਆ ਜਾਣਾ ਜਨਵਰੀ ਦੇ ਵਿੱਚ, ਅਪਰੂਵਲ ਵਾਸਤੇ ਗਿਆ ਹੋਇਆ, ਆਲਰੇਡੀ ਰਿਵਿਊ ਹੋ ਚੁੱਕਾ, ਸਭ ਕੁਝ ਆ ਜਾਣੀ ਹੈ। ਮੈਂ ਥੋੜ੍ਹੀ ਉਹ ਗਿਣਾ ਦੇਣਾ ਕਿਉਂਕਿ ਅਸੀਂ ਸਿੱਖੀ ਇੰਸਟੀਚਿਊਟ ਹੋਣ ਕਰਕੇ ਸਭ ਤੋਂ ਪਹਿਲਾਂ ਸ਼ੁਰੂਆਤ ਚਾਹੁੰਦੇ ਸੀ ਵੀ ਅਸੀਂ ਸਿੱਖੀ ਦੇ ਕੋਰਸਾਂ ਤੋਂ ਹੀ ਕਰੀਏ। ਔਰ ਯੂਨੀਵਰਸਿਟੀ ਲੈਵਲ ਦੇ ਉੱਤੇ ਮੈਨੂੰ ਪਤਾ ਪੰਜਾਬੀ ਪੜ੍ਹਾਈ ਜਾਂਦੀ ਸਾਡੀਆਂ ਇੱਥੇ ਹੋਰਨਾਂ ਯੂਨੀਵਰਸਿਟੀਆਂ ਵਿੱਚ, ਜਿਹੜਾ ਉਹਦਾ ਲੈਵਲ ਆ ਅਤੇ ਸਾਡੇ ਕੋਰਸਿਸ ਦੇਖੋਗੇ ਉਹਦੇ ਵਿੱਚ ਵਿਲੱਖਣ ਪਾਓਗੇ ਤੁਸੀਂ। ਠੀਕ ਹੈ ਜੀ। ਸਾਡੇ ਕੋਲ ਪੰਜਾਬੀ ਸਿੱਖ ਸਟੱਡੀਜ਼ ਦਾ ਡਿਪਲੋਮਾ ਹੈ, ਉਹਦੇ ਵਿੱਚ ਕੁਝ ਕੋਰਸਿਸ ਇਹੋ ਜਿਹੇ ਨੇ ਜਿਹੜੇ ਕਿਤੇ ਵੀ ਨਹੀਂ ਪੜ੍ਹਾਏ ਜਾਂਦੇ। ਮੈਂ ਉਹਦੀ ਉਦਾਹਰਣ ਦੇਣ ਲੱਗਾ। ਇੱਕ ਕੋਰਸ ਉਹਦੇ ਵਿੱਚ ਹੈਗਾ ਸਿੱਖ ਈਥੋ ਅਤੇ ਸੋਸ਼ਲ ਜਸਟਿਸ ਦਾ। ਸਿੱਖ ਈਥੋ ਅਤੇ ਸੋਸ਼ਲ ਜਸਟਿਸ ਦੇ ਕੋਰਸ ਤਿਆਰ ਕਰਨ ਵਾਲੀ ਯੂਨੀਵਰਸਿਟੀ ਆਫ ਵਿਕਟੋਰੀਆ ਤੋਂ ਪ੍ਰੋਫੈਸਰ ਹੈਗੀ ਆ ਰੀਟਾ ਤਮੋਨ। ਰੀਟਾ ਜੀ ਨੇ ਜਦੋਂ ਕੋਰਸ ਤਿਆਰ ਕੀਤਾ ਮੈਂ ਯੂਨੀਵਰਸਿਟੀ ਆਫ ਵਿਕਟੋਰੀਆ ਨਾਲ ਮੀਟਿੰਗ 'ਤੇ ਬੈਠਾ ਸਾਂ। ਉਹਨੂੰ ਕਹਿਣ ਲੱਗੇ ਰੀਟਾ ਜੀ ਕੋਰਸ ਤਿਆਰ ਕੀਤਾ ਸਾਡੇ ਲਈ ਕਿਉਂ ਨਹੀਂ ਪੜ੍ਹਾਉਂਦੀ? ਉਹ ਕਹਿੰਦੀ ਕਿਉਂ, ਮੈਂ ਤੁਹਾਡੇ ਲਈ ਪੜ੍ਹਾਵਾਂ, ਮੈਂ ਇਹ ਗੁਰੂ ਨਾਨਕ ਇੰਸਟੀਚਿਊਟ ਲਈ ਤਿਆਰ ਕੀਤਾ ਕੋਰਸ, ਅਤੇ ਉੱਥੇ ਹੀ ਇਹ ਕੋਰਸ ਪੜ੍ਹਾਇਆ ਜਾਵੇਗਾ। ਔਰ ਉਸ ਕੋਰਸ ਜਿਹੜਾ ਉਹ ਖਿੱਚ ਪਾਉਂਦਾ ਆ। ਪਾਕਿਸਤਾਨ ਤੋਂ ਲੋਕੀ ਲੈ ਰਹੇ ਨੇ, ਹਿੰਦੁਸਤਾਨ ਤੋਂ ਲੋਕੀ ਲੈ ਰਹੇ ਨੇ, ਇੱਥੇ ਦੇ ਸਟੂਡੈਂਟਸ ਨੇ ਤਾਂ ਲੈਣਾ ਹੀ ਲੈਣਾ ਹੈਗਾ। ਸੋ ਇਸ ਕਰਕੇ ਉਹ ਇੱਕ ਕੋਰਸ ਇੱਕ ਹੋਰ ਆ, ਆਪਾਂ ਕੰਪੈਰੇਟਿਵ ਰਿਲੀਜਨ ਪੜ੍ਹਾਉਂਦੇ ਹਾਂ ਜੀ। ਆਮ ਦੇਸ਼ਾਂ ਵਿੱਚ ਪੜ੍ਹਾਇਆ ਜਾਂਦਾ ਹਰ ਇੱਕ। ਅਸੀਂ ਕ੍ਰਿਟੀਕਲਟੀ ਆਫ ਰਿਲੀਜਨ ਦਾ ਸਬਜੈਕਟ ਦੇ ਨਾਲ ਉਹ ਕੀਤਾ ਸ਼ੁਰੂ, ਓਰੀਜਨ ਅਤੇ ਕ੍ਰਿਟੀਕਲਟੀ ਉਸ ਧਰਮ ਦੀ। ਉਹ ਕੋਰਸ ਸਾਡਾ ਤਿਆਰ ਕਰਨ ਵਾਲਾ ਕੈਲਗਰੀ ਯੂਨੀਵਰਸਿਟੀ ਦਾ ਪ੍ਰੋਫੈਸਰ ਗਰੇਵਾਲ ਹੈ, ਡਾਕਟਰ ਗਰੇਵਾਲ। ਠੀਕ ਹੈ ਜੀ। ਅੱਛਾ, ਉਹ ਕੋਰਸ ਉਹਨੇ ਤਿਆਰ ਕੀਤਾ। ਉਹ ਕੋਰਸ ਦੀਆਂ ਹੁਣ ਕਲਾਸਾਂ ਫਿਰ ਅਕਤੂਬਰ ਵਿੱਚ ਸ਼ੁਰੂ ਹੋਣੀਆਂ। ਪਹਿਲਾਂ ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ, ਉਹਨਾਂ ਦੀ ਸਿਹਤ ਨਾ ਠੀਕ ਹੋਣ ਕਰਕੇ ਸਾਨੂੰ ਫਿਰ ਹੋਰ ਪ੍ਰੋਫੈਸਰ ਉਸ ਕੋਰਸ ਨੂੰ ਪੜ੍ਹਾਉਣ ਵਾਸਤੇ ਲੱਭਣਾ ਪਿਆ। ਉਹ ਪ੍ਰੋਫੈਸਰ ਹੁਣ ਸਾਡੇ ਕੋਲ ਤਿਆਰ ਹੈਗਾ ਅਤੇ ਉਹ ਦੱਸਦਾ 14 ਅਕਤੂਬਰ ਤੋਂ ਮੇਰਾ ਖਿਆਲ ਕਲਾਸਾਂ ਉਹ ਵੀ ਸ਼ੁਰੂ ਹੋ ਰਹੀਆਂ ਨੇ। ਇਸੇ ਤਰ੍ਹਾਂ ਗੁਰਮਤਿ ਸੰਗੀਤ 'ਤੇ ਲਾ ਲਓ, ਅਸੀਂ ਡਿਪਲੋਮਾ ਹਿੰਦੁਸਤਾਨ ਤੋਂ ਬਾਹਰ, ਈਵਨ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਜਿਹੜੇ ਡਿਪਲੋਮੇ ਕਰਾਏ ਜਾਂਦੇ ਉਹਨਾਂ ਨੂੰ ਇੱਕ ਵਿਲੱਖਣ ਡਿਪਲੋਮਾ ਗੁਰਮਤਿ ਸੰਗੀਤ ਦਾ ਅਸੀਂ ਕੀਤਾ ਤਕਰੀਬਨ 2.5 ਸਾਲ ਦੇ। ਇਹਦੇ ਵਿੱਚ 31 ਦੇ 31 ਰਾਗ ਦੀ ਵਿੱਦਿਆ ਪ੍ਰਾਪਤ ਹੋਵੇਗੀ। ਠੀਕ ਹੈ ਜੀ। ਉਹਦੇ 'ਤੇ ਉਹਨੂੰ ਡਾਕਟਰ ਗੁਰਨਾਮ ਸਿੰਘ ਜਾਣੀ ਪਹਿਚਾਣੀ ਸ਼ਖਸੀਅਤ ਨੇ ਦੁਨੀਆ ਭਰ ਦੇ ਵਿੱਚ, ਉਹ ਹੈਡ ਕਰਦੇ ਨੇ ਉਸ ਪ੍ਰੋਗਰਾਮ ਨੂੰ। 7 ਪ੍ਰੋਫੈਸਰ ਨੇ ਉਹਨਾਂ ਨਾਲ ਜੁੜੇ ਹੋਏ, ਕਿਉਂਕਿ ਉਹ ਕੋਰਸ ਪੜ੍ਹਾਉਣ ਵਾਸਤੇ ਇੱਕ ਪ੍ਰੋਫੈਸਰ ਨਹੀਂ ਪੜ੍ਹਾਉਂਦਾ। ਫਿਰ ਕਿਉਂਕਿ ਅਸੀਂ ਔਨਲਾਈਨ ਚੱਲਦੇ ਹਾਂ, ਔਨਲਾਈਨ ਤੁਹਾਨੂੰ 2 ਜਾਂ 3 ਪ੍ਰੋਫੈਸਰ ਹਰ ਕਲਾਸ ਵਿੱਚ ਹੋਣੇ ਚਾਹੀਦੇ ਨੇ, ਖਾਸ ਕਰਕੇ ਗੁਰਮਤਿ ਸੰਗੀਤ ਦੇ, ਤਾਂ ਜੋ ਇਕੱਲੇ ਬੱਚੇ ਨੂੰ ਅਟੈਂਸ਼ਨ ਦਿੱਤੀ ਜਾ ਸਕੇ ਜੀ। ਪੰਜਾਬੀ ਸਟੱਡੀਜ਼ ਦੇ ਸਾਡੇ ਕੋਲ ਫਸਟ ਈਅਰ, ਸੈਕੰਡ ਈਅਰ, ਥਰਡ ਈਅਰ ਯੂਨੀਵਰਸਿਟੀ ਦੇ ਕੋਰਸਿਸ ਨੇ। ਜਿਹੜਾ ਪ੍ਰੋਫੈਸਰ ਪੜ੍ਹਾ ਰਿਹਾ ਹੈਗਾ ਉਹ ਆਪਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਪਹਿਲਾਂ ਪੜ੍ਹਾਇਆ ਕਰਦਾ ਸੀਗਾ, ਅਤੇ ਉਹ ਅੱਜ ਕੱਲ੍ਹ ਇੱਥੇ ਰਹਿੰਦੇ ਨੇ ਪਿਛਲੇ ਤਕਰੀਬਨ 8-9 ਸਾਲਾਂ ਦੇ। ਸੋ ਉਹ ਕੋਰਸ ਡਾਕਟਰ ਮਾਨ ਹੁਣੀ ਪੜ੍ਹਾ ਰਹੇ ਨੇ, ਅਤੇ ਉਹ ਵੀ ਚੱਲ ਰਿਹਾ ਹੈਗਾ। ਕੈਨੇਡੀਅਨ ਬੱਚੇ ਲੈਂਦੇ ਨੇ, ਇੰਜੋਏ ਕਰ ਰਹੇ ਨੇ। ਈਵਨ ਬੱਚੇ ਬਾਹਰੋਂ ਵੀ ਲੈਂਦੇ ਨੇ ਕਰਨ ਵਾਲੇ, ਦੂਸਰੇ ਦੇਸ਼ਾਂ ਤੋਂ ਵੀ ਬਹੁਤ ਵਧੀਆ ਚੱਲ ਰਹੇ ਨੇ। ਅਤੇ ਸਾਡੇ ਬਿਜ਼ਨਸ ਦੇ ਕੋਰਸ ਡਿਪਲੋਮੇ 2 ਅਪਰੂਵ ਹੋ ਚੁੱਕੇ ਨੇ। ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਸਾਡਾ ਉਹ ਵੀ ਸ਼ੁਰੂ ਹੋ ਰਿਹਾ 14 ਅਕਤੂਬਰ ਤੋਂ, ਤਾਂ ਉਹ ਅਪਰੂਵਲ ਹੋ ਚੁੱਕੀ ਆ। ਅਤੇ ਪ੍ਰੋਡਕਸ਼ਨ ਦਾ ਅਤੇ ਸਪਲਾਈ ਚੇਨ ਮੈਨੇਜਮੈਂਟ ਦਾ ਇਹ ਡਿਪਲੋਮਾ ਵੀ ਸਾਡਾ ਅਪਰੂਵ ਹੋ ਚੁੱਕਾ ਹੈ ਸਰਕਾਰ ਵੱਲੋਂ। ਉਹ ਵੀ 14 ਅਕਤੂਬਰ ਤੋਂ ਕਲਾਸਾਂ ਉਹਦੀਆਂ ਵੀ ਸ਼ੁਰੂ ਹੋਣਗੀਆਂ। ਇੱਕ ਡਿਪਲੋਮਾ ਸਾਡਾ ਜਿਹੜਾ ਸਾਈਬਰ ਸਿਕਿਉਰਿਟੀ ਦੇ, ਅੱਜ ਯੁੱਗ ਬਦਲ ਚੁੱਕਾ ਹੈ, ਸਭ ਤੋਂ ਵੱਡਾ ਵਿਸ਼ਾ। ਮੇਰੇ ਨਾਲ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਜਤਿੰਦਰ ਸਿੰਘ ਜੀ ਬਾਲ, ਪੁਰਾਣੀਆਂ 2 ਪੰਜਾਬ ਦੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹਿ ਚੁੱਕੇ ਨੇ, ਅਤੇ ਅੱਜ ਕੱਲ੍ਹ ਕੈਨੇਡਾ ਆਇਆ ਨੂੰ ਇਹਨਾਂ ਨੂੰ ਸਾਲ ਹੋ ਗਿਆ, ਇੱਥੇ ਮੂਵ ਹੋ ਕੇ ਆਪਣੇ ਨਾਲ ਡਾਇਰੈਕਟਰ ਆਫ ਆਪਰੇਸ਼ਨਸ ਦੇ ਕੰਮ ਕਰਦੇ ਨੇ। ਇਹਨਾਂ ਦੀ ਇਮਾਰਤਾਂ IT ਦੇ ਆ।
ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਕੋਰਸਿਸ ਉਹ ਤਿਆਰ ਕਰੋ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਸਾਡੇ ਕੰਮ ਹੋਣ। ਸੋ ਨਹੀਂ ਉਹ 18 ਕੋਰਸਿਸ ਨਵੇਂ ਇਹੋ ਜਿਹੇ ਤਿਆਰ ਕੀਤੇ ਹੈਗੇ ਜਿਹਨਾਂ ਦੀ ਆਲਰੇਡੀ ਰਿਵਿਊ ਹੋ ਚੁੱਕੇ ਨੇ, ਐਕਸੈਪਟੇਬਿਲਿਟੀ ਆ ਚੁੱਕੀ ਹੈ। ਸਿਰਫ ਇਨ ਰਾਈਟਿੰਗ ਸਿਰਫ ਰਜਿਸਟਰਾਰ ਦਾ ਲੈਟਰ ਵੇਟ ਕਰਦੇ ਤਾਂ ਜੋ ਜਨਵਰੀ ਅਸੀਂ ਉਹ ਕੋਰਸ ਟੀਚ ਕਰਨਾ ਸ਼ੁਰੂ ਕਰੀਏ। ਅਤੇ ਉਹਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੋਰਸਿਸ ਸਾਡੇ ਆਲਰੇਡੀ ਤਿਆਰ ਹੋ ਗਏ ਨੇ, ਠੀਕ ਹੈ ਜੀ। ਕਿਉਂਕਿ ਅੱਜ ਯੁੱਗ ਹੁਣ ਤੁਸੀਂ ਉਹ ਪੁੱਛੋ ਕੋਈ ਨਾ ਜੀ, ਚੈਟ GPT ਅੱਜ ਕੱਲ੍ਹ ਤੁਹਾਨੂੰ ਮਿਸਗਾਈਡ ਕਰੇਗੀ। ਤੁਸੀਂ ਦੇਖਣਾ ਇਹਦੀ ਮਿਸਗਾਈਡਿੰਗ, ਇੰਨਾ ਮਿਸਯੂਜ਼ ਹੋਏਗਾ, ਮਿਸਗਾਈਡਿੰਗ ਹੋਏਗੀ, ਇਹ ਤਾਂ ਗੁਰਬਾਣੀ ਦੇ ਉੱਤੇ ਇੰਨੀ ਸੱਟ ਮਾਰ ਜਾਏਗੀ ਤੁਹਾਨੂੰ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਮੈਂ ਕਈ ਵਾਰੀ ਸੋਚਾਂ ਵਿੱਚ ਪੈ ਜਾਣਾ ਉਸ ਕੋਰਸ ਨੂੰ ਲੱਭਦਾ ਕਹਿੰਦਾ ਮੈਨੂੰ ਕੋਈ ਸ਼ਬਦ ਦੱਸ ਐਸ ਫਿਲਾਸਫੀ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਹੈ, ਉਹ ਜੇ ਨਹੀਂ ਲੱਭਦਾ ਨਾ ਉਹ ਆਪਣੇ ਕੋਲੋਂ ਨਵਾਂ ਸ਼ਬਦ ਤਿਆਰ ਕਰ ਲੈਂਦੀ ਆ। ਔਰ ਲੋਕਾਂ ਨੇ ਭੰਬਲ ਭੂਸੇ ਵਿੱਚ ਫਸ ਜਾਣਾ ਜੇ, ਸਮਝੇ ਕਿ ਨਹੀਂ। ਸੋ ਇਹ ਸਾਡੀ ਜਿਹੜੀ ਆ ਵਿਲੱਖਣ ਦਾ, ਦੋ ਚੀਜ਼ਾਂ ਸਾਡੀਆਂ ਵਿਲੱਖਣ ਨੇ ਜੀ। ਅਸੀਂ ਨਾਨ ਪ੍ਰੋਫਿਟ ਆ, ਸਾਡਾ ਫੀਸ ਸਟਰਕਚਰ ਬਹੁਤ ਲੋ ਹੈ, ਔਰ ਜਿਹੜਾ ਬੱਚਾ ਨਹੀਂ ਅਫੋਰਡ ਕਰ ਪਾਉਂਦਾ ਅਸੀਂ ਉਹਨੂੰ ਪੜ੍ਹਾਉਂਦੇ ਹਾਂ ਫ੍ਰੀ। ਸਾਡੇ ਕੋਲ 60% ਦੀ ਬੱਚੇ ਇਸ ਵੇਲੇ ਜਿਹੜੇ ਆ ਉਹ ਸਕਾਲਰਸ਼ਿਪ 'ਤੇ ਪੜ੍ਹ ਰਹੇ ਆ, ਠੀਕ ਹੈ। ਇੱਥੇ ਕੰਮ ਪੈਸੇ ਕਮਾਉਣਾ ਨਹੀਂ, ਇੱਥੇ ਕੰਮ ਐਜੂਕੇਸ਼ਨ ਦੇਣਾ ਹੈ। ਇਹਦਾ ਪਹਿਲਾ ਹਿੱਸਾ। ਦੂਸਰਾ, ਸਾਡੇ ਸਾਰੇ ਕੋਰਸ ਪੜ੍ਹਾਉਣ ਵਾਸਤੇ ਘੱਟ ਤੋਂ ਘੱਟ PhD ਡਿਗਰੀ ਹੋਣੀ ਚਾਹੀਦੀ ਹੈ। ਉਹ ਸਾਰੇ ਮੈਨੂੰ ਸਵਾਲ ਕਰੀ ਜਾਂਦੇ, ਬਾਕੀ ਕਾਲਜ ਜਿਹੜੇ ਹੈਗੇ ਉਹ ਥੱਲੇ ਵਾਲਿਆਂ ਤੋਂ ਲਈ ਜਾ ਕੇ ਪੜ੍ਹਾਈ ਜਾਂਦੇ। ਮੈਂ ਜੋ ਮਰਜ਼ੀ ਪੜ੍ਹਾਉਣ ਜੀ, ਸਾਡਾ ਜਿਹੜਾ ਕੰਮ ਹੈ ਅਸੀਂ PhD ਤੇ 3 ਸਾਲ ਦਾ ਤਜਰਬਾ ਮੰਗਦੇ ਹਾਂ, ਔਰ ਸਬਜੈਕਟ ਦੀ ਮਾਹਰਤਾ ਹੋਣੀ ਚਾਹੀਦੀ ਹੈ ਕੋਰਸ ਪੜ੍ਹਾਉਣ ਵਾਸਤੇ। ਉਹੀ ਪ੍ਰੋਫੈਸਰ ਸਾਡੇ ਨਾਲ ਕੰਮ ਕਰਦੇ ਨੇ, ਉਹੀ ਸਾਡੇ ਕੋਰਸਿਸ ਪੜ੍ਹਾਉਣਗੇ, ਓਕੇ। ਤੇ ਇਹ ਚੀਜ਼ਾਂ ਜਿਹੜੀ ਸਾਡੀ ਕੁਛ ਇੰਡੀਵਿਜੂਅਲਿਸਟਿਕ ਲੈਵਲ 'ਤੇ ਬਹੁਤ ਵਿਲੱਖਣਤਾ। ਇੱਕ ਹਿੱਸਾ ਜਿਹੜਾ ਸਾਡਾ ਬਹੁਤ ਵੱਡਾ ਹੈ ਜੀ, ਉਹ ਹੈ ਸਾਡਾ ਖੋਜ ਦਾ। ਖੋਜ ਦੇ ਖੇਤਰ ਆਮ ਇੰਸਟੀਚਿਊਟ ਜਿਹੜੇ ਇੱਥੇ ਪ੍ਰਾਈਵੇਟ ਕਾਲਜਸ ਯੂਨੀਵਰਸਿਟੀਆਂ ਵੀ ਬਣੀਆਂ ਹੋਈਆਂ ਨੇ, ਉਹ ਠੀਕ ਹੈ, ਐਜੂਕੇਸ਼ਨ ਸਾਈਡ 'ਤੇ ਜ਼ੋਰ ਦਿੰਦੇ ਨੇ, ਮੁਬਾਰਕਾਂ। ਜਿੱਥੇ ਵੀ ਆਪਣਾ ਹਰ ਇੱਕ ਦਾ ਲੈਵਲ ਹੈਗਾ, ਜਿਸ ਲੈਵਲ 'ਤੇ ਪੜ੍ਹਾਉਂਦੇ ਨੇ, ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਖੁਸ਼ੀ ਨਾਲ ਪੜ੍ਹਾਉਣ। ਪਰ ਮੇਰਾ ਜਿਹੜਾ ਸਾਡਾ ਨਿਸ਼ਾਨਾ ਇੱਥੇ ਆ ਉਹ ਖੋਜ ਦਾ ਵੀ ਬਰਾਬਰ ਚੱਲਦਾ ਹੈ। ਖੋਜ ਖੇਤਰ ਦੇ ਅੰਦਰ ਸਾਡੇ ਕੁਝ ਮੇਜਰ ਪ੍ਰੋਜੈਕਟ ਜਿਹੜੇ ਅਸੀਂ ਕਰਵਾ ਚੁੱਕੇ ਹਾਂ ਔਰ ਇੱਕ ਚੱਲਦਾ ਮੇਜਰ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਹੈ, ਜਿਹੜੇ ਪੰਜਾਬ ਦੀਆਂ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਸੀ, ਪੰਜਾਬੀ ਯੂਨੀਵਰਸਿਟੀ ਨੂੰ ਕਰਨਾ ਚਾਹੀਦਾ ਸੀ। ਪੰਜਾਬ ਯੂਨੀਵਰਸਿਟੀ ਨੂੰ ਫਾਰ ਐਗਜ਼ਾਮਪਲ ਸਾਡਾ ਧਰਮ 550 ਸਾਲ ਤੋਂ ਉੱਪਰ ਹੋ ਚੁੱਕੇ ਨੇ। ਕਿਸੇ ਨੇ ਅੱਜ ਤੱਕ ਉਹਦੀ ਇੱਕ ਵਿਲੱਖਣਤਾ ਜ਼ਾਹਰ ਕਰਨ ਵਾਸਤੇ ਜਾਂ ਇੱਕ ਯੂਨੀਫਾਈਡ ਇਕਲੀ ਟਰਾਂਸਲੇਸ਼ਨ ਨਹੀਂ ਪੈਦਾ ਕਰ ਸਕਿਆ ਸੀ। ਵੱਖਰੇ 25 ਐਸਲੇ ਟੀਕੇ ਫਿਰਦੇ ਨੇ ਦੁਨੀਆ ਭਰ ਦੇ ਵਿੱਚ, ਜਿਨ੍ਹਾਂ ਵਿੱਚੋਂ 5-7 ਤਾਂ ਚਲੋ ਤੁਹਾਨੂੰ ਇੰਟਰਨੈਟ 'ਤੇ ਮਿਲਦੇ ਨੇ, ਬਾਕੀ ਅਜੇ ਉੱਦਾਂ ਲਾਇਬ੍ਰੇਰੀਆਂ 'ਚ ਪਏ ਨੇ। ਸੋ ਅਸੀਂ ਕੀ ਕੀਤਾ, ਅਸੀਂ ਉਹ ਸਾਰੇ ਪ੍ਰੋਜੈਕਟ ਨੂੰ ਲੈ ਲਿਆ ਕੁਝ ਪ੍ਰੋਫੈਸਰਾਂ ਦੇ ਨਾਲ ਰਲ ਕੇ, ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਆਪਣੇ ਡਾਕਟਰ ਗੁਰਮੇਲ ਸਿੰਘ ਜੀ ਜੁੜੇ ਹੋਏ ਨੇ ਸਾਡੇ ਨਾਲ, ਉਹਨਾਂ ਦੇ ਸਾਥੀ ਨੇ। ਉਹ ਉਹਨੂੰ ਪ੍ਰੋ ਬੋਨੋ ਸੁਪਰਵਾਈਜ਼ ਕਰਦੇ ਬਾਏ ਬਨੇ, ਮਤਲਬ ਬਗੈਰ ਕਿਸੇ ਪੈਸੇ ਲਏ ਤੋਂ ਬੋਨੋ ਉਹ ਸੁਪਰਵਾਈਜ਼ ਕਰਦੇ ਨੇ। ਪਰ ਸਾਡੇ ਕੋਲ 33 ਸਕਾਲਰਸ ਨੇ ਹੋਰ ਜਿਹਨਾਂ ਨੂੰ ਅਸੀਂ ਪੇ ਕਰਦੇ ਹਾਂ। ਪਿਛਲੀ ਫਰਵਰੀ ਤੋਂ ਸਾਨੂੰ ਤਕਰੀਬਨ ਹੁਣ 18 ਮਹੀਨੇ ਹੋ ਚੁੱਕੇ ਨੇ। 18 ਮਹੀਨਿਆਂ ਦੇ ਵਿੱਚ ਅਸੀਂ 33 ਸਕਾਲਰਸ ਨੂੰ ਹਾਇਰ ਕੀਤਾ ਹੋਇਆ ਉਹਦੇ 'ਤੇ ਵਰਕ ਕਰਨ ਵਾਸਤੇ। ਕੱਲੇ ਇੱਕ ਅੱਖਰ ਨੂੰ ਲੈ ਕੇ ਉਹਦੀ ਕੰਪੈਰੀਜ਼ਨ ਕਰ ਰਹੇ ਹਾਂ ਅਸੀਂ, ਠੀਕ ਹੈ ਜੀ। 15 ਟੀਕੇ ਅਸੀਂ ਪਿਕਅਪ ਕੀਤੇ ਸੀ 25 ਚੋਂ ਜਿਹੜੇ ਜਾਣੇ ਪਹਿਚਾਣੇ ਚੰਗੀਆਂ ਸ਼ਖਸੀਅਤਾਂ ਦੇ ਨੇ, ਤੇ ਉਹਨਾਂ ਨੂੰ ਉਹ ਕਰਦੇ ਨੇ। ਸਾਡਾ ਅਗਲੇ ਸਾਲ ਉਹ ਪ੍ਰੋਜੈਕਟ ਕੰਪਲੀਟ ਹੋ ਜਾਏਗਾ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਅਸੀਂ ਕੀਤਾ। ਭਾਸ਼ਾਵਾਂ ਦੇ ਤੌਰ ਦੇ ਉੱਤੇ ਅਸੀਂ ਸੰਕੋਚਦੇ ਨਹੀਂ ਇਨਵੈਸਟਮੈਂਟ ਕਰਨ ਵੇਲੇ, ਜਿੱਥੇ ਰਿਸਰਚ ਜਦ ਕਰਵਾਉਣੀ ਹੁੰਦੀ ਆ, ਤੇ ਉਸ ਰਿਸਰਚ ਦੇ ਆਧਾਰ ਦੇ ਉੱਤੇ ਫੋਰ ਐਗਜ਼ਾਮਪਲ ਇੱਕ ਪਿੱਛੇ ਆਪਾਂ ਨੂੰ ਪਤਾ ਵੀ ਬਾਲ ਦਿਵਸ ਹਿੰਦੁਸਤਾਨ ਵਿੱਚ ਅਨਾਉਂਸ ਹੋਇਆ ਸੀ। ਬਿਲਕੁਲ ਹੋਇਆ ਸੀ, ਓਕੇ ਜੀ। ਅੱਜ ਉਹਦੇ 'ਤੇ ਬੜੀਆਂ ਬਿਆਨਬਾਜ਼ੀ ਵੀ ਹੋਈ, ਪਰ ਪ੍ਰੈਕਟੀਕਲ ਕੰਮ ਕੁਛ ਨਹੀਂ ਸੀ ਹੋਇਆ। ਸਾਡੇ ਸਕਾਲਰਸ ਨੇ ਸੋਚਿਆ ਵੀ ਯਾਰ ਪ੍ਰੈਕਟੀਕਲ ਕੰਮ ਕਰਨ ਵਾਸਤੇ ਕੁਝ ਨਾ ਕੁਝ ਵੱਖਰਾ ਕਰਨਾ ਚਾਹੀਦਾ। ਅਸੀਂ ਕੀ ਕੀਤਾ, ਸ਼੍ਰੋਮਣੀ ਕਮੇਟੀ ਦੇ ਕੋਲ ਇੱਕ ਛੋਟਾ ਜਿਹਾ ਟਰੈਕਟ ਤਿਆਰ ਕੀਤਾ ਸੀ 2019 ਦੇ ਵਿੱਚ, ਨਿੱਕੀਆਂ ਜਿੰਦਾਂ ਵੱਡਾ ਸਾਕਾ। ਉਹਨੂੰ ਅਸੀਂ ਦੇਖਿਆ ਵੀ ਉਹ ਬੜਾ ਅਪਰੋਪਰੀਏਟ ਹੈਗਾ, ਪਰ ਉਹਦਾ ਟਰਾਂਸਲੇਸ਼ਨ ਸਾਡੀ ਜਿਹੜਾ ਅੰਗਰੇਜ਼ੀ 'ਚ ਹੋਣਾ ਚਾਹੀਦਾ। ਅਸੀਂ 11 ਭਾਸ਼ਾ ਦੇ ਵਿੱਚ ਉਹਦਾ ਟਰਾਂਸਲੇਸ਼ਨ ਕੀਤਾ ਜੀ। 11 ਭਾਸ਼ਾ ਦੇ ਵਿੱਚ ਟਰਾਂਸਲੇਸ਼ਨ, ਖਾਸ ਕਰਕੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਵੀ ਉੱਥੇ ਵੰਡਿਆ ਜਾ ਸਕੇ, ਉਹਨਾਂ ਲੋਕਾਂ ਨੂੰ ਪਤਾ ਲੱਗੇ ਜੇ ਦਿਨ ਅਨਾਉਂਸ ਕੀਤਾ ਅਤੇ ਇਹਦੇ ਪਿੱਛੇ ਪਿਛੋਕੜ ਸ਼ਹੀਦੀ ਦਾ ਕੀ ਹੈ। ਉਹ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਆਲਰੇਡੀ ਦੇ ਦਿੱਤਾ, ਉਹਨਾਂ ਨਾਲ ਅਪਰੂਵਲ ਕਰਵਾ ਕੇ ਦਿੱਤਾ ਸੀਗਾ। ਉਹ ਪ੍ਰਿੰਟ ਐਤਕੀ ਹੋ ਜਾਏਗਾ, ਉਹ ਵੀ ਚੱਲੇਗਾ। ਸਾਡਾ ਡਿਜੀਟਾਈਜ਼ ਕਾਪੀ ਵੀ ਸਾਡੇ ਵੈਬਸਾਈਟ 'ਤੇ ਆ ਜਾਣਗੀਆਂ। ਸੋ ਇਹ ਜੇ ਪ੍ਰੋਜੈਕਟ ਚੱਲਦੇ ਨੇ ਜੀ। ਅਤੇ ਸੰਧੂ ਸਾਹਿਬ, ਇਹ ਜਿਹੜਾ ਇੰਸਟੀਟਿਊਟ ਦੇ ਆਪਾਂ ਨੂੰ ਫਿਜ਼ੀਕਲ ਇਹਦਾ ਜਿਹੜੀ ਪਲਾਨ ਕੀ ਹੈ ਵੀ ਇਹ ਬਣਨਾ ਕਿਹੋ ਜਿਹਾ ਬਣਨਾ, ਕਿਉਂਕਿ ਇਹ ਬਹੁਤ ਉਤਸੁਕਤਾ ਮਨ ਦੇ ਵਿੱਚ ਵੀ ਵਿਜ਼ੀਬਲ ਕਦ ਹੋ। ਬਿਲਕੁਲ ਜੀ, ਦੇਖੋ ਸਵਾਲ ਤੁਹਾਡਾ ਬਹੁਤ ਵਧੀਆ ਹੈਗਾ, ਅਤੇ ਅਜੇ ਵੱਡਾ ਪ੍ਰੋਜੈਕਟ ਹੈ ਬਹੁਤ। ਇਹ ਵੱਡੇ ਤੋਂ ਵੀ ਵੱਡਾ ਪ੍ਰੋਜੈਕਟ ਕਹਿ ਸਕਦੇ, ਕੌਮੀ ਪ੍ਰੋਜੈਕਟ ਹੈ ਜੀ, ਗੁਰੂ ਨਾਨਕ ਸਾਹਿਬ ਦਾ ਪ੍ਰੋਜੈਕਟ ਹੈ। ਇਹਨੇ ਬਣਨਾ ਹੀ ਬਣਨਾ। ਇਹ ਚੀਜ਼ ਮੈਂ ਤੁਹਾਨੂੰ ਸ਼ਾਇਦ ਹੀ ਦੇ ਸਕਦਾ। ਮੇਰੇ ਜੇ ਪਾਤਸ਼ਾਹ ਤੇ ਤੁਹਾਨੂੰ ਵਿਸ਼ਵਾਸ ਹੈ ਨਾ, ਬਣੇਗਾ, ਇਹ ਬਣੇਗਾ। ਔਰ ਇਹਦੇ ਵਾਸਤੇ ਤੁਹਾਨੂੰ 50 ਤੋਂ 100 ਏਕੜ ਜ਼ਮੀਨ ਦੀ ਲੋੜ ਆ।
ਵਾਹ। ਠੀਕ ਹੈ ਜੀ, ਕਿ ਜੇ ਕੋਈ ਯੂਨੀਵਰਸਿਟੀ ਨੇ ਕਿਸੇ ਕਾਬਲ ਬਣਨਾ ਆ, ਔਰ ਸਾਨੂੰ ਪਤਾ ਸਰੀ ਵਿੱਚ ਨਹੀਂ ਬਣ ਸਕਣਾ, ਠੀਕ ਹੈ ਜੀ, ਸਰੀ ਤੋਂ ਬਾਹਰ ਨਿਕਲ ਕੇ, ਹੋ ਸਕਦਾ ਚਿਲਾਬੈਕ ਤੋਂ ਵੀ ਬਾਹਰ ਨਿਕਲ ਕੇ ਬਣੇ ਇਹ। ਹੋਪ ਤੱਕ ਅਸੀਂ ਜਿਹੜੀ ਆ ਜ਼ਮੀਨ ਦੇਖ ਰਹੇ ਹੈਗੇ ਆ, ਤੇ ਇਨਫੈਕਟ ਅਸੀਂ ਸਿਟੀ ਕੌਂਸਲਾਂ ਦੇ ਨਾਲ ਮੀਟਿੰਗ ਵੀ ਕਰ ਚੁੱਕੇ ਹੈਗੇ ਆ। ਜਿਸ ਏਰੀਏ ਵਿੱਚ ਆ, ਜੋ ਉਸ ਸ਼ਹਿਰ ਦੇ ਵਿੱਚ ਜੇ ਅਸੀਂ ਜਾਣਾ ਚਾਹਾਂਗੇ, ਮੈਂ ਉਦਾਹਰਨ ਦੇ ਦੇਣਾ, ਜੇ ਅਸੀਂ ਹੋਪ ਵਾਲਿਆਂ ਨਾਲ ਮੀਟ ਕਰ ਰਹੇ ਸੀ, ਮੈਂ ਕਿਹਾ ਤੁਹਾਡੀ ਤਾਂ ਆਬਾਦੀ 6500 ਦੀ ਆ, 6500 ਦੀ ਆਬਾਦੀ, ਤੁਸੀਂ ਕਿੱਦਾਂ ਸਪੋਰਟ ਕਰੋਗੇ ਜੇ ਅਸੀਂ 10,000 ਸਟੂਡੈਂਟ ਲੈ ਆਉਂਦੇ ਇੱਥੇ, ਸ਼ਹਿਰ ਬਸਾ ਦੇਵਾਂਗੇ। ਹਾਂਜੀ ਬਿਲਕੁਲ। ਉਹ ਕਹਿੰਦੇ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਜਿੰਨਾ ਵੀ ਇਨਫਰਾਸਟ੍ਰਕਚਰ ਦੀ ਲੋੜ ਹੋਏਗੀ ਨਾ, ਉਹ ਇਨਫਰਾਸਟ੍ਰਕਚਰ ਵਾਸਤੇ ਸਾਡਾ ਸ਼ਹਿਰ ਤਿਆਰ ਹੋਵੇਗਾ। ਜੇ ਸਾਡੇ ਸ਼ਹਿਰ ਵਿੱਚ ਤੁਸੀਂ ਇਹ ਕਰੋ, ਸਾਡੀ ਖੁਸ਼ਕਿਸਮਤੀ ਹੋਵੇਗੀ। ਸੋ ਅਸੀਂ ਉਹ ਜ਼ਮੀਨ ਦੇਖ ਰਹੇ ਹੈਗੇ ਹਾਂ। ਬਣਦੀ ਨੂੰ 10 ਸਾਲ ਦਾ ਪ੍ਰੋਜੈਕਟ ਦਿੱਤਾ ਜੀ ਅਸੀਂ ਸਰਕਾਰ ਨੂੰ, ਟੂ ਬੀ ਵੈਰੀ ਔਨੈਸਟ, ਕਿਉਂਕਿ ਕੋਈ ਪ੍ਰੋਜੈਕਟ ਓਵਰਨਾਈਟ ਨਹੀਂ ਜੇ ਬਣਿਆ ਕਰਦੇ। 10 ਸਾਲ ਦੇ ਪ੍ਰੋਜੈਕਟ ਦਿੱਤਾ ਸੀ ਵੀ 10 ਸਾਲ ਦੇ ਅੰਦਰ ਅੰਦਰ ਸਾਡਾ ਯੂਨੀਵਰਸਿਟੀ ਦਾ ਢਾਂਚਾ ਜਿਹੜਾ ਪੂਰਾ ਤਿਆਰ ਹੋਵੇਗਾ। ਪਲੱਸ ਯੂਨੀਵਰਸਿਟੀ ਦਾ ਨਾਂ ਲੈਣ ਵਾਸਤੇ ਤੁਹਾਨੂੰ ਕੁਝ ਮਿਹਨਤ ਕਰਨੀ ਪੈਂਦੀ ਹੈ। ਸਾਡੇ ਕੋਲ ਜੇ ਡਿਪਲੋਮੇ ਅਤੇ ਸਰਟੀਫਿਕੇਟ ਦੇਣ ਦੀ ਇਜਾਜ਼ਤ ਹੈ, ਡਿਗਰੀ ਦੇਣ ਦੀ ਇਜਾਜ਼ਤ ਵਾਸਤੇ ਅਸੀਂ ਇਸ ਦਸੰਬਰ ਤੋਂ ਪਹਿਲਾਂ ਅਪਲਾਈ ਕਰਨਾ ਜੇ। ਸਾਡੀ ਇੱਕ ਜੁਆਇੰਟ ਡਿਗਰੀ ਆਵੇਗੀ BA ਤੇ BCom ਦੀ। ਅਸੀਂ ਵਿਲੱਖਣਤਾ ਥੋੜ੍ਹੀ ਜ਼ਾਹਰ ਕਰਨੀ ਚਾਹੁੰਦੇ ਬਾਕੀ ਨਾਲ। ਸਾਡੇ ਕੋਰਸਿਸ ਦੇ ਵਿੱਚ ਡਿਪਲੋਮੇ ਵਿੱਚ ਸਿੱਖੀ ਦਾ ਇੱਕ ਕੋਰਸ ਲੈਣਾ ਲਾਜ਼ਮੀ ਹੈ, ਉਹ ਤੋਂ ਬਗੈਰ ਸਾਡੇ ਡਿਪਲੋਮੇ ਨਹੀਂ ਜੇ ਹੁੰਦੇ। ਇਹ ਚੀਜ਼ਾਂ ਅਸੀਂ ਐਡ ਕਰੀ ਜਾ ਰਹੇ ਹਾਂ ਸਾਡੇ ਡਿਪਲੋਮੇ ਦੇ ਵਿੱਚ। ਸਿੱਖੀ ਦਾ ਜਿਹੜਾ ਸਿੱਖੀ ਤੋਂ ਵਿਦਿਆਰਥੀ ਕੋਈ ਵੀ ਹੋ ਸਕਦਾ, ਵਿਦਿਆਰਥੀ ਕੋਈ ਵੀ ਹੋਵੇ, ਇਹਨੂੰ ਗੁਰੇ ਨੇ ਲੈ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਸਾਡਾ ਸਿੱਖੀ ਤੋਂ ਸੋਸ਼ਲ ਜਸਟਿਸ ਵਾਲਾ ਕੋਰਸ ਹੈ ਜਿਹੜਾ ਨਾ, ਅਸਿਸਟੈਂਟ ਸੁਪਰਨਟੈਂਡੈਂਟ ਜਿਹੜਾ ਐਬਸਪੋਰਟ ਦੇ ਸਕੂਲ ਡਿਸਟ੍ਰਿਕਟ ਦਾ ਆ, ਉਹਨੇ ਹੁਣ ਕੋਰਸ ਕੰਪਲੀਟ ਕੀਤਾ। ਉਹ ਵੈਰੀ ਗੁੱਡ। ਮੈਂ ਉਹਨੂੰ ਪੁੱਛ ਰਿਹਾ ਸੀ, ਮੈਂ ਕਿਹਾ ਤੂੰ ਕਾਹਤੇ ਲੈ ਰਿਹਾ? ਕਹਿੰਦਾ ਯਾਰ ਮੈਨੂੰ ਤੁਹਾਡਾ ਕੋਰਸ ਵਧੀਆ ਲੱਗਾ, ਮੈਂ ਤੁਹਾਡੇ ਪ੍ਰੋਫੈਸਰ ਨੂੰ ਵੀ ਜਾਣਦਾ, ਕਿਉਂਕਿ ਡਾਕਟਰ ਸ਼ਰਨਜੀਤ ਕੌਰ ਉਹਨੂੰ ਟੀਚ ਕਰਦੇ ਨੇ। ਕਹਿੰਦਾ ਮੈਂ ਉਹਨੂੰ ਪ੍ਰੋਫੈਸਰ ਨੂੰ ਵੀ ਜਾਣਦਾ, ਮੈਂ ਦੇਖਣਾ ਚਾਹੁੰਦਾ ਵੀ ਤੁਸੀਂ ਕੀ ਟੀਚ ਕਰਦੇ। ਔਰ ਇੱਕ ਪੱਕਾ ਜਿਹਨੂੰ ਤੁਸੀਂ ਅਸਾਈ ਕਹਿ ਸਕਦੇ ਹੋ, ਖਾਸ ਕਰਕੇ ਐਬਸਪੋਰਟ ਦੇ ਕਿਤੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਕਰੜੇ ਨੇ ਪੂਰੇ, ਹਾਂ ਪੂਰੇ ਕਰੜੇ ਨੇ, ਔਰ ਪੂਰੇ ਉੱਤੇ ਪਹਿਰਾ ਦਿੰਦੇ ਨੇ। ਤੇ ਉਹ ਕਹਿੰਦਾ ਉਹਨੇ ਕੋਰਸ ਹੁਣੇ ਕੰਪਲੀਟ ਕੀਤਾ, ਪੂਰੀ ਫੀਸ ਦੇ ਕੇ ਕੀਤਾ। ਇਨਫੈਕਟ ਉਹਨੇ ਅੱਜ ਬਾਕੀ ਤਾਂ ਬੱਚੇ ਉਹਦਾ ਫਰੀ ਵੀ ਪੜ੍ਹਦੇ ਹੋਣੇ ਸਾਡੇ ਕੋਲ, ਪਰ ਉਹਨੇ ਪੂਰੀ ਫੀਸ ਦੇ ਕੇ ਕੰਪਲੀਟ ਕੀਤਾ। ਸੋ ਵੱਖਰੀ ਕੌਮਾਂ, ਕੋਈ ਵੀ ਬੰਦਾ ਸਾਡੇ ਕੋਰਸ ਲੈ ਸਕਦਾ, ਇਕੱਲੇ ਸਿੱਖਾਂ ਵਾਸਤੇ ਨਹੀਂ, ਗੈਰ ਸਿੱਖ ਵੀ ਨੇ, ਹਿੰਦੂ ਬੱਚੇ ਮੈਂ ਦੇਖਦਾ ਕੁਛ ਲੈਂਦੇ ਨੇ, ਸੋ ਦੂਸਰੇ ਦੇਸ਼ਾਂ ਤੋਂ ਵੀ ਲੈ ਸਕਦੇ ਨੇ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼, ਇਹ ਬਹੁਤ ਤੁਹਾਡੇ ਸਵਾਲ ਸੀ ਪਿਛਲੇ 1 ਸਾਲ ਦੇ ਵੀ ਇਹ ਬਣਨਾ ਕਿੱਥੇ ਹੈ। ਸਰ ਸਾਹਿਬ ਨੇ ਤੁਹਾਨੂੰ ਥੋੜ੍ਹੀ ਤਸ਼ਵੀਹ ਦੇ ਦਿੱਤੀ ਬਈ ਚਿਲਾਬੈਕ ਤੋਂ ਉਰਲੇ ਬੰਨੇ ਦਾ ਜ਼ਮੀਨ ਮਹਿੰਗੀ ਆ, ਪਰਲੇ ਬੰਨੇ ਨੂੰ ਜਾਵਾਂਗੇ। ਹੋਪ ਬਹੁਤ ਰਮਣੀਕ ਹੈ। ਹੋਪ ਦੇ ਵਿੱਚ ਜੇ ਸਾਡਾ ਇੰਸਟੀਚਿਊਟ ਬਣ ਜਾਵੇ, ਜਿਹਦੇ ਲਈ ਆਪਾਂ ਰਲ ਕੇ ਸਾਰੇ ਕੰਮ ਕਰਾਂਗੇ, ਇਕੱਲਾ ਉਹਨਾਂ ਦਾ ਪ੍ਰੋਜੈਕਟ ਨਹੀਂ, ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਸਾਂਝੇ ਨੇ। ਅਤੇ ਜਿਉਂ-ਜਿਉਂ ਉਹ ਸਮਾਂ ਆਏਗਾ ਉਹ ਵੀ ਗੱਲ ਹੋਏਗੀ। ਇਹ ਕਾਨਫਰੰਸ ਉਹਨਾਂ ਦੀ ਵੱਡੀ ਹੋ ਰਹੀ ਹੈ 22 ਤੇ 23 ਨੂੰ, ਉਹਦੀ ਹੁਣ ਜਾਣਕਾਰੀ ਦੇਵਾਂਗੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਸਰ ਗਿਆਨ ਸਿੰਘ ਸੰਧੂ ਮੇਰੇ ਨਾਲ ਰਹਿਣਗੇ। ਸਟੱਡੀਜ਼ ਬਹੁਤ ਵੱਡਾ ਇੱਕ ਇੰਸਟੀਚਿਊਟ ਜਿਹੜਾ ਬਣੇਗਾ, ਜਿਹਨੇ ਤੁਹਾਡੇ ਵੇਖਦਿਆਂ ਹੀ ਆਪਣੇ 5, 7, 10 ਸਾਲਾਂ ਦੇ ਵਿੱਚ ਆਪਾਂ ਵਿਜ਼ਿਟ ਕਰਨ ਜਾਇਆ ਕਰਾਂਗੇ ਵੀ ਆਓ ਵੀ ਆਪਣਾ ਇੰਸਟੀਚਿਊਟ ਦੇਖ ਕੇ ਜਾਓ। ਯੂਨੀਵਰਸਿਟੀ ਜਿਹਨੂੰ ਕਿਹਾ ਜਾਊਗਾ ਸਿੱਖਾਂ ਦੀ ਪਹਿਲੀ ਯੂਨੀਵਰਸਿਟੀ, ਜਿਹੜੀ ਮੁਨਾਫੇ ਲਈ ਨਹੀਂ ਹੈ, ਜਿਹੜੀਆਂ ਚੌਧਰਾਂ ਲਈ ਨਹੀਂ ਹੈ। ਗੁਰੂ ਨਾਨਕ ਇੰਸਟੀਚਿਊਟ ਵੱਲੋਂ ਇੱਕ ਸਮਿਟ ਕਰਾਈ ਜਾ ਰਹੀ ਹੈ 23 ਤੇ 24 ਤਰੀਕ ਨੂੰ। ਹੁਣ ਉਸ ਦੀ ਜਾਣਕਾਰੀ ਦਿੰਦੇ ਹਾਂ, ਉਹਦਾ ਬੇਸ ਕੀ ਹੈ, ਉਹਦੇ 'ਚ ਕੀ ਹੋਏਗਾ। ਸਰ ਸਾਹਿਬ ਉਸ ਦੇ ਬਾਰੇ ਦੱਸੋ ਜੀ। ਧੰਨਵਾਦ ਜੀ। ਇਹ ਸਾਡੀ ਦੂਸਰੀ ਸਮਿਟ ਹੈ ਜੀ। ਅੱਛਾ ਜੀ। ਪਿਛਲੇ ਸਾਲ ਅਸੀਂ ਆਨਲਾਈਨ ਕੀਤੀ ਸੀ ਕੋਵਿਡ ਕਰਕੇ, ਕਾਫੀ ਭਰਮਾ ਹੁੰਗਾਰਾ ਸੀ ਸਾਨੂੰ ਮਿਲਿਆ। ਇਹ ਸਮਿਟ 23 ਤੇ 24 ਨੂੰ ਆ ਰਹੀ ਹੈ, 2 ਦਿਨ ਦੀ ਪੂਰੀ। ਸਵੇਰ ਦਾ ਪ੍ਰੋਗਰਾਮ 8 ਵਜੇ ਬ੍ਰੇਕਫਾਸਟ ਤੋਂ ਸ਼ੁਰੂ ਹੋਏਗਾ, 9 ਵਜੇ ਸਮਿਟ ਸ਼ੁਰੂ ਹੋ ਜਾਂਦੀ ਹੈ, 9 ਤੋਂ 4:30 5 ਤੱਕ ਚੱਲੇਗੀ। ਸ਼ਨੀਚਰਵਾਰ ਨੂੰ ਸ਼ਾਮ ਦਾ ਡਿਨਰ ਹੋਏਗਾ। ਇਸੇ ਤਰ੍ਹਾਂ ਐਤਵਾਰ ਸਵੇਰ ਨੂੰ 8 ਵਜੇ ਚੱਲ ਕੇ ਤੇ ਫਿਰ ਸ਼ਾਮ ਦੇ 5:30 ਵਜੇ ਤੱਕ ਚੱਲੇਗੀ, ਕਿਉਂਕਿ ਇਹਦੇ ਵਿੱਚ ਵਿਦੇਸ਼ਾਂ ਤੋਂ ਬਹੁਤ ਪ੍ਰੋਫੈਸਰ ਆ ਰਹੇ ਨੇ। ਠੀਕ, ਦੁਨੀਆ ਭਰ 'ਚੋਂ ਮੈਂ ਕਹਿ ਸਕਦਾ 2 ਪਾਕਿਸਤਾਨ ਦੇ ਪ੍ਰੋਫੈਸਰ ਨੇ ਸਾਡੇ ਕੋਲ। ਇਹਦਾ ਥੋੜ੍ਹਾ ਜਿਹਾ ਦੱਸਣਾ ਆਊਟਲਾਈਨ ਕੀ ਆ, ਇਹਦੇ ਵਿੱਚ 13 ਪ੍ਰੈਜੈਂਟੇਸ਼ਨ ਹੋਣਗੀਆਂ। ਅੱਛਾ। ਜਿਹੜਾ ਸਾਡਾ ਇਹਦਾ ਮੇਨ ਫੋਕਸ ਹੈਗਾ ਉਹ ਸਿੱਖੀ ਇਨ ਗਲੋਬਲਾਈਜ਼ਡ ਵਰਲਡ, ਭਾਵ ਕਿ ਸਿੱਖੀ ਦਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਹੈ ਜਾਂ ਕੀ ਹੋਣਾ ਚਾਹੀਦਾ। ਠੀਕ ਹੈ ਜੀ। ਉਸ ਪੱਖ ਦੇ ਉੱਤੇ ਸਾਡੀ ਥੀਮ ਹੈ, ਉਸ ਥੀਮ ਦੇ ਉੱਤੇ ਹੀ ਸਾਰੇ ਬੁਲਾਰਿਆਂ ਨੇ ਉਹਨੂੰ ਜੋੜਨਾ ਹੈਗਾ। ਠੀਕ। ਜਿਹੜੇ ਪਾਕਿਸਤਾਨ ਤੋਂ ਫੋਰ ਐਗਜ਼ਾਮਪਲ ਬੁਲਾਰੇ ਆ ਰਹੇ ਨੇ, ਪਹਿਲਾ ਬੁਲਾਰਾ ਹੈਗਾ, ਪਹਿਲੀ ਲੜਕੀ ਹੈ ਸਾਰੇ ਪੂਰੇ ਪਾਕਿਸਤਾਨ ਦੇ ਵਿੱਚ, ਨਬੀਲਾ ਰਹਿਮਾਨ, ਜਿਹੜੀ ਵਾਈਸ ਚਾਂਸਲਰ ਕਿਸੇ ਯੂਨੀਵਰਸਿਟੀ ਦੀ, ਝੰਗ ਯੂਨੀਵਰਸਿਟੀ ਦੀ ਪਹਿਲੀ ਔਰਤ। ਔਰ ਉਹ ਆਪਣੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਪੰਜਾਬੀ ਸਟੱਡੀਜ਼ ਦੀ ਚੇਅਰ ਵੀ ਹੈਗੀ ਆ। ਠੀਕ ਹੈ ਜੀ। ਡਾਇਰੈਕਟਰ ਨੇ ਉਹ ਚਲਾਉਂਦੇ ਰਹੇ ਨੇ। ਬਹੁਤ ਹੀ ਵਧੀਆ ਪ੍ਰਭਾਵਿਤ ਬੁਲਾਰਾ ਹੈਗੀ ਆ। ਪਰ ਇਹ ਭਾਸ਼ਾਵਾਂ ਇੰਗਲਿਸ਼ ਦੇ ਵਿੱਚ ਹੀ ਪ੍ਰੈਜੈਂਟੇਸ਼ਨ ਹੋਣਗੀਆਂ। ਦੋ ਸਿਰਫ ਪੇਪਰ ਨੇ ਜਿਹੜੇ ਪੰਜਾਬੀ ਵਿੱਚ ਪੜ੍ਹੇ ਜਾਣਗੇ ਉੱਥੇ। ਉਹ ਬੋਲੇਗੀ ਗੁਰੂ ਨਾਨਕ ਸਾਹਿਬ ਦੀਆਂ ਭਾਸ਼ਾਵਾਂ ਅਤੇ ਉਹਨਾਂ ਦਾ ਬਾਕੀ ਸੱਭਿਆਚਾਰਾਂ 'ਤੇ ਕੀ ਅਸਰ ਪਿਆ। ਇਹ ਉਹਦੀ ਖੋਜ ਹੈ। ਉਹਦੇ ਨਾਲ ਦੂਸਰਾ ਪ੍ਰੋਫੈਸਰ ਇੱਕ ਪਾਕਿਸਤਾਨ ਤੋਂ ਆ ਰਿਹਾ ਹੈਗਾ, ਅਖਤਰ ਹੁਸੈਨ। ਲਾਸਟ ਨਾਂ ਤੋਂ ਤਾਂ ਸਾਡੇ ਵਾਲਾ ਸੰਧੂ ਹੀ ਆ। ਅੱਛਾ ਜੀ।
ਤੇ ਉਹ ਵੀ ਪੰਜਾਬ ਯੂਨੀਵਰਸਿਟੀ ਦਾ ਹੀ ਹੈ। ਉਹਦੀ ਵੀ ਬਹੁਤ ਪਕੜ ਹੈ ਖੋਜ ਦੇ ਵਿੱਚ। ਅੱਜ ਕੱਲ੍ਹ ਉਹ ਪ੍ਰਿੰਸੀਪਲ ਹੈ ਉੱਥੇ ਇਸਲਾਮੀਆ ਕਾਲਜ ਦਾ ਲਾਹੌਰ ਦੇ ਵਿੱਚ। ਵਾਹ ਜੀ। ਅੱਛਾ, ਉਹਨੇ ਜਿਹੜਾ ਸਬਜੈਕਟ ਪਿਕਅਪ ਕੀਤਾ ਉਹ ਕੀਤਾ ਹੈਗਾ ਕਰਤਾਰਪੁਰ ਕੋਰੀਡੋਰ ਤੋਂ ਪੀਸ, ਦੋ ਦੇਸ਼ਾਂ ਦੇ ਵਿੱਚ ਨੇੜਤਾ ਕਿਸ ਤਰ੍ਹਾਂ ਆ ਸਕਦੀ ਆ, ਉਹਦੀ ਉਹ ਖੋਜ ਉਸ ਪੱਖ ਦੇ ਉੱਤੋਂ ਆ। ਠੀਕ ਹੈ ਜੀ। ਸੋ ਉਹਦੇ ਤੇ ਬੋਲਣਗੇ। ਸਾਡਾ ਜਿਹੜਾ ਮੁੱਖ ਬੁਲਾਰਾ ਹੈ ਜੀ ਉਹ ਦਿਨ ਜਿਹੜੀ ਕੀ ਨੋਟ ਸਪੀਕਰ ਨੇ ਉਹ ਡਾਕਟਰ ਬਲਜੀਤ ਸਿੰਘ ਜੀ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈਗਾ। ਔਰ ਮੈਂ ਕੀ ਕਹਾਂ, ਮੈਨੂੰ ਮੇਰੇ ਵਾਸਤੇ ਮਾਣ ਵਾਲੀ ਗੱਲ ਹੈਗੀ ਆ। ਤੇ ਸਾਡੇ ਤਾਂ ਬੱਚਿਆਂ ਦੇ ਬਰਾਬਰ ਨੇ, ਉਹਨਾਂ ਦੀ ਉਮਰ ਹੈਗੀ ਆ। ਤੇ ਪਰ ਉਹ ਇੱਕ ਤੁਸੀਂ ਇੰਜੋਏ ਕਰੋਗੇ ਯਾਰ, ਜਿਸ ਪੱਖ ਦੇ ਉੱਤੋਂ ਉਹਨੇ ਆਪਣੇ ਪੇਸ਼ ਕਰਨੀ ਨਾ ਕੀ ਨੋਟ ਐਡਰੈਸ, ਤੁਸੀਂ ਮੈਂ ਸੁਣ ਕੇ ਹੀ ਤੁਸੀਂ ਉਹਦਾ ਅੰਦਾਜ਼ਾ ਲਾਓਗੇ। ਇਸੇ ਤਰ੍ਹਾਂ ਜਿਹੜੇ ਦੂਸਰੇ ਸੈਸ਼ਨ ਅੱਜ ਕੱਲ੍ਹ ਯੁੱਗ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਦੇ 'ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਡਾਕਟਰ ਹਰਜਿੰਦਰ ਸਿੰਘ ਹੋਣੀ ਬੋਲਣਗੇ ਸਿਆਟਲ ਤੋਂ, ਜਿਹੜੇ 3 ਕੰਪਨੀਆਂ ਆਪਣੀਆਂ ਪਹਿਲਾਂ ਸਟਾਰਟ ਕਰ ਚੁੱਕੇ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ। ਲਾਸਟ ਕੰਪਨੀ ਉਹਨੇ ਮਾਈਕਰੋਸਾਫਟ ਨੂੰ ਵੇਚੀ ਹੈਗੀ ਆ। ਸੋ ਮਾਈਕਰੋਸਾਫਟ ਦੇ ਅੱਜ ਕੱਲ੍ਹ ਵਾਈਸ ਪ੍ਰੈਜ਼ੀਡੈਂਟ ਨੇ। ਠੀਕ ਹੈ ਜੀ। ਆਰਟੀਫਿਸ਼ੀਅਲੀ ਉਹਨਾਂ ਦਾ ਖਿੱਤਾ ਹੈ ਮਾਈਕਰੋਸਾਫਟ ਦੇ ਵਿੱਚ। ਸੋ ਇਹਦੇ 'ਤੇ ਉਹ ਬੋਲਣਗੇ ਵੀ ਸਾਡੇ ਐਕੈਡਮੀਆ 'ਤੇ ਉਹਦਾ ਕੀ ਅਸਰ ਹੈ, ਸਾਡੀ ਸਿੱਖੀ 'ਤੇ ਕੀ ਅਸਰ ਹੈ, ਅਤੇ ਸਾਡੀ ਖੋਜ 'ਤੇ ਕੀ ਅਸਰ ਪੈ ਸਕਦਾ। ਉਹ ਇਹ ਪੱਖ ਉਹਦਾ ਉਸ ਸਬਜੈਕਟ ਦੇ ਉੱਤੇ ਹੈਗਾ। ਦੂਸਰੇ ਜਿਹੜੇ ਪ੍ਰੋਫੈਸਰ ਬਾਹਰੋਂ ਆ ਰਹੇ ਨੇ, ਫੋਰ ਐਗਜ਼ਾਮਪਲ ਇੱਕ ਯਾਰਕ ਯੂਨੀਵਰਸਿਟੀ ਤੋਂ ਆ ਰਹੀ ਨੇ ਡਾਕਟਰ ਬਰਾੜ ਜੀ, ਬਹੁਤ ਵਧੀਆ ਮਿਹਨਤੀ ਲੜਕੀ ਆ। ਆਪਣੀਆਂ ਕੌਮ ਦੇ ਵਿੱਚੋਂ ਜੇ ਕੋਈ UNO ਤੱਕ ਜਾ ਕੇ ਬੁਲਾਰਾ ਅਤੇ ਉਸ ਖੇਤਰ ਦੇ ਅੰਦਰ ਐਨਵਾਇਰਨਮੈਂਟ ਸਾਈਡ ਦੇ ਉੱਤੇ ਪੇਸ਼ਕਸ਼ ਕਰਨ ਵਾਲੀ ਉਹ ਪ੍ਰੋਫੈਸਰ ਹੈਗੀ ਆ, ਫੁੱਲ ਪ੍ਰੋਫੈਸਰ ਹੈਗੀ ਆ ਯਾਰਕ ਯੂਨੀਵਰਸਿਟੀ ਦੇ ਵਿੱਚ। ਉਹ ਆਪਣਾ ਇਨਵਾਇਰਨਮੈਂਟਲ ਸਾਈਡ ਦੇ ਉੱਤੋਂ ਹੀ ਇੱਕ ਵੱਖਰਾ ਪੇਸ਼ ਕਰੇਗੀ ਵੀ ਸਿੱਖੀ ਨਾਲ ਕਿਸ ਤਰ੍ਹਾਂ ਜੁੜਦਾ, ਸਾਨੂੰ ਕਿੱਧਰਲੇ ਪਾਸੇ ਜਾਣਾ ਚਾਹੀਦਾ, ਜਾਂ ਸਿੱਖ ਜਿਹੜੇ ਸਕਾਲਰਸ ਔਰਤਾਂ ਨੇ ਉਹਨਾਂ ਦੀ ਕਿਸ ਲੈਵਲ ਤੱਕ ਐਕਚੁਅਲੀ ਪਹੁੰਚ ਹੋ ਚੁੱਕੀ ਹੈਗੀ ਆ, ਸਾਨੂੰ ਕਿਸ ਲੈਵਲ ਤੱਕ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ। ਇਸੇ ਤਰ੍ਹਾਂ ਇਹ ਬਾਕੀ ਦੇ ਜਿਹੜੇ ਸਬਜੈਕਟਸ ਨੇ, ਇੱਕ ਪੰਜਾਬ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਜਿਹੜਾ ਮੇਲ ਮਿਲਾਪ ਬਾਰੇ ਸਾਡਾ ਖੁਜਾਰਥੀ ਜਿਹੜਾ ਹੈਗਾ ਪ੍ਰੋਫੈਸਰ ਉਹ ਅਮਰੀਕਾ ਤੋਂ ਹੈ, ਯੂਟਾ ਯੂਨੀਵਰਸਿਟੀ ਤੋਂ। ਉਹਦੀ ਆਪਣੀ ਪਕੜ ਹੈ, ਪਰਿਵਾਰ ਦਾ ਪਿਛੋਕੜ ਪਹਿਲਾਂ ਉਸ ਦੂਸਰੇ ਸਾਈਡ ਪੰਜਾਬ ਤੋਂ ਹੈ। ਉਹਦੇ ਤੇ ਉਹਦਾ ਖਿੱਤਾ ਹੈਗਾ, ਉਹਦੇ ਤੇ ਉਹਦੀ ਆਪਣੀ ਖੋਜ ਦੇ ਪੱਖੋਂ ਪੇਸ਼ ਕਰਨਗੇ। ਔਰਤਾਂ ਦਾ ਕੀ ਸਥਾਨ ਹੋਣਾ ਚਾਹੀਦਾ ਸਿੱਖੀ ਦੇ ਅੰਦਰ, ਕੀ ਸਾਡਾ ਰੋਜ਼ਾਨਾ ਜੀਵਨ ਦੇ ਵਿੱਚ ਕਹਿਣੀ ਤੇ ਕਥਨੀ ਦੇ ਪੂਰੇ ਆ ਜਾਂ ਨਹੀਂ ਹੈਗੇ, ਇਹ ਤੇ ਡਾਕਟਰ ਗਰੇਵਾਲ ਹੈਗੀ ਨੇ ਤੇ ਉਹ ਆਪਣੀ ਪੇਸ਼ਕਸ਼ ਪੇਸ਼ ਕਰਨਗੇ। ਔਰ ਬਹੁਤ ਹੀ ਵਧੀਆ ਬੁਲਾਰਾ ਹੈਗੀ ਹੈ ਡਾਕਟਰ ਗਰੇਵਾਲ ਜੀ, ਔਰ ਬਹੁਤ ਹੀ ਵਧੀਆ ਪੱਖ ਦੇ ਵਿੱਚੋਂ ਪੇਸ਼ ਕਰਨਗੇ। ਯੂਥ ਦੇ ਉੱਤੇ ਸਾਡੇ ਪ੍ਰੋਗਰਾਮ ਨੇ ਜੀ। ਯੂਥ ਦੇ ਉੱਤੇ ਵੀ ਜਿਹੜੀਆਂ ਯੂਥ ਦੀਆਂ ਮੁਸ਼ਕਲਾਂ ਕੀ ਨੇ ਔਰ ਇਹਨਾਂ ਦੇ ਹੱਲ ਕੀ ਹੋ ਰਹੇ ਨੇ, ਉਹਦੇ ਤੇ ਨੌਜਵਾਨ ਬੱਚੀ ਵਕੀਲ ਹੈ ਇੱਥੇ ਮੋਨਾਮ ਕੌਰ, ਅਤੇ ਉਹਦੇ ਤੇ ਆਪਣਾ ਪੱਖ ਪੇਸ਼ ਕਰਨਗੇ ਵੀ ਨੌਜਵਾਨਾਂ ਦੀਆਂ ਮੁਸ਼ਕਲਾਂ ਤੇ ਕੀ ਹੱਲ ਹੈ। ਇਸੇ ਤਰ੍ਹਾਂ ਸਾਡੇ ਦੂਸਰੇ ਸੈਸ਼ਨਸ ਨੇ। ਸਾਡੇ ਜਿਹੜੇ ਖੋਜ ਦਾ ਪੱਖ ਹੈਗਾ, ਡਾਕਟਰ ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ ਤੋਂ ਆ ਰਹੇ ਨੇ, ਉਹਦੇ ਤੇ ਉਹ ਆਪਣਾ ਪੱਖ ਪੇਸ਼ ਕਰਨਗੇ ਖੋਜ ਦੇ ਪੱਖੋਂ, ਜਿਹੜੇ ਸਾਡੇ ਪ੍ਰੋਜੈਕਟ ਚੱਲਦੇ ਨੇ ਔਰ ਕਿਸ ਲੈਵਲ ਤੇ ਚੱਲ ਰਹੇ, ਉਹਨਾਂ ਦਾ ਫਾਇਦਾ ਕੀ ਆ, ਲੌਂਗ ਟਰਮ ਕੀ ਇੰਪੈਕਟ ਪੈ ਸਕਦਾ ਸਾਡੇ ਉੱਤੇ, ਕਿਉਂ ਸਾਨੂੰ ਖੋਜ ਦੇ ਪੱਖ ਤੇ ਸਾਨੂੰ ਯੂਜ਼ ਕਰਨਾ ਚਾਹੀਦਾ। ਇਹਦੇ ਤੇ ਇੱਕ ਸਪਿਰਚੁਅਲਿਟੀ ਦੇ ਅਧਿਆਤਮਿਕ ਗਿਆਨ ਤੇ ਹੈਗਾ, ਉਹ ਪ੍ਰੋਫੈਸਰ ਉਹ ਵੀ ਪਟਿਆਲਾ ਤੋਂ ਹੀ ਆ ਰਿਹਾ ਹੈਗਾ, ਤੇਜਿੰਦਰਪਾਲ ਸਿੰਘ ਜੀ। ਸੋ ਡਾਕਟਰ ਤੇਜਿੰਦਰਪਾਲ ਸਿੰਘ ਦੀ ਖੋਜ ਉਸ ਪੱਖ ਤੋਂ ਹੈ ਅਧਿਆਤਮਿਕ ਗਿਆਨ ਦੇ ਉੱਤੇ। ਲਵ ਜਿਹੜਾ ਹੈਗਾ ਇਹ ਦੁਨਿਆਵੀ ਪਿਆਰ ਨਾਲੋਂ ਅਧਿਆਤਮਿਕ ਪਿਆਰ ਕਿਸ ਤਰ੍ਹਾਂ ਪੈਦਾ ਹੁੰਦਾ ਤੇ ਉੱਤੇ ਕੇ ਜਾਣਾ, ਇੱਕ ਇਹਦੇ ਤੇ ਹੈਗਾ ਨੇ। ਸੋ ਇਸ ਤਰ੍ਹਾਂ ਜਾ ਕੇ ਸਾਡੇ ਕੋਲ 5 ਵਰਕਸ਼ਾਪਾਂ ਵੀ ਆ ਜੀ। 5 ਵਰਕਸ਼ਾਪਾਂ ਦੇ ਵਿੱਚ ਤੁਸੀਂ ਇੱਕ ਇੰਟਰਨੈਸ਼ਨਲ ਸਿੱਖ ਸਟੂਡੈਂਟ ਦੇ ਉੱਤੇ ਵਰਕਸ਼ਾਪ ਹੈ, ਉਹਦੇ ਤੇ ਤੁਸੀਂ ਉਹ ਸਾਡੀ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਨਾਲ ਸਾਂਝੀ ਹੈ। ਇਨਫੈਕਟ ਸਾਡੀ ਐਗਰੀਮੈਂਟ ਬਾਈ ਦਾ ਵੇ ਅਸੀਂ ਫੰਡ ਕਰ ਰਹੇ ਹਾਂ ਇੱਕ ਪ੍ਰੋਜੈਕਟ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦੀਆਂ ਮੁਸ਼ਕਲਾਂ ਦੀ ਖੋਜ ਬਾਰੇ। ਅੱਛਾ ਜੀ। ਉਹਦੇ ਤੇ ਉਹਨਾਂ ਨੇ ਇਹ ਸਾਡਾ ਪ੍ਰੈਜੈਂਟੇਸ਼ਨ ਵੀ ਉਹਨਾਂ ਦਾ ਲਾਅ ਪ੍ਰੋਫੈਸਰ ਹੈ ਜਿਹੜਾ ਉਹਨੂੰ ਮੋਡਰੇਟ ਕਰੇਗਾ। ਉਹਨਾਂ ਨੇ 3 ਜਿਹੜੇ ਐਕਸਪਰਟ ਕਾਲ ਕੀਤੇ ਹੋਏ ਨੇ, ਇੱਕ UBC ਤੋਂ ਪ੍ਰੋਫੈਸਰ ਹੈਗੀ ਆ, ਇੱਕ ਆ ਰਹੀ ਹੈਗੀ ਆ ਆਪਣੇ ontario ਤੋਂ ਆ ਰਹੀ ਹੈਗੀ ਆ, ਉਹ ਵੀ ਗੋਲਫ ਯੂਨੀਵਰਸਿਟੀ ਤੋਂ ਆ ਰਹੀ ਹੈ। ਹਾਂਜੀ। ਤੇ ਇੱਕ ਵਿਕਟੋਰੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਉਹਦੇ ਤੇ ਹੋਏਗੀ। ਇੱਕ ਬੱਚਾ ਹੋਏਗਾ, ਨੌਜਵਾਨ ਸਿੱਖ ਬੱਚਾ ਆ, ਜਿਹਨੇ ਆਪਣੀ ਸਿੱਖ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਬਣਾਈ ਹੋਈ ਆ, ਮਨਪ੍ਰੀਤ ਸਿੰਘ ਫਾਂਟੋ ਤੋਂ ਆ ਰਿਹਾ ਹੈਗਾ ਉਹ, ਕਿਉਂਕਿ ਉਹਨੇ ਆਪਣਾ ਮੁਸ਼ਕਲਾਂ ਵਿੱਚ ਝੇਲੀਆਂ ਹੋਈਆਂ ਨੇ। ਉਹ ਦੱਸੇਗਾ, ਤੁਸੀਂ ਇੰਜੋਏ ਕਰੋਗੇ ਵਰਕਸ਼ਾਪਾਂ ਨੂੰ। ਇੰਨੇ ਐਕਸਪਰਟਸ ਇਕੱਠੇ ਕਰਨੇ ਜੀ, ਇੰਨੇ ਖੁਜਾਰ ਪੁੱਛੋ ਕੋਈ ਨਾ। ਦੂਸਰੇ ਸਾਈਡ ਤੇ ਜਿਹੜਾ ਈਵਨ ਨੌਜਵਾਨਾਂ ਦੀਆਂ ਮੁਸ਼ਕਲਾਂ ਵਾਸਤੇ ਵੀ ਐਕਚੁਅਲੀ ਉਹਨਾਂ ਦੇ ਇੱਕ ਵੱਖਰਾ ਪੈਨਲ ਹੋ ਰਿਹਾ, 2 ਘੰਟੇ ਦੀ ਡਿਸਕਸ਼ਨ ਉੱਤੇ ਹੋਏਗੀ। ਡਰੱਗ ਦੇ ਉੱਤੇ ਹੋਏਗੀ ਜੀ। ਡਰੱਗ ਦਾ ਅਸੀਂ ਪਹਿਲਾਂ ਸਬਜੈਕਟ ਸਾਂਝਾ ਰੱਖਿਆ ਸੀ, ਡਰੱਗ ਤੇ ਵਾਇਲੈਂਸ ਦਾ, ਪਰ ਉਹਨੂੰ ਡਰੱਗ ਕੱਟ ਕੇ ਦੋਨੇ ਬਹੁਤ ਮਿਕਸਅਪ ਹੋ ਜਾਂਦੇ ਸੀਗੇ। ਇਸ ਕਰਕੇ ਜਿਹੜਾ ਓਵਰਡੋਜ਼ ਆਫ ਡਰੱਗਸ ਦੇ ਨਾਲ ਅੱਜ ਇੰਨੇ ਬੱਚੇ ਮਰ ਰਹੇ ਨੇ, ਉਹ ਤੇ ਐਕਸਪਰਟ ਜਿਹੜੇ ਨੇ 4 ਤੁਸੀਂ ਇੰਜੋਏ ਕਰੋਗੇ ਸਾਰੇ। 9 to 5 ਦੋਨੇ ਦਿਨ ਪੂਰੇ ਦਿਨ ਜੀ 9 to 5 ਚੱਲੇਗਾ ਜੀ। ਰਜਿਸਟ੍ਰੇਸ਼ਨ ਕਿਵੇਂ ਹੋਣੀ ਹੈ ਜੀ? 2 ਤਰ੍ਹਾਂ ਰਜਿਸਟ੍ਰੇਸ਼ਨ ਹੈ ਜੀ। ਇੱਕ ਤਾਂ ਇਨ ਪਰਸਨ ਜਿਹਨੇ ਤਾਂ ਆਪਣੇ ਅਟੈਂਡ ਕਰਨਾ, ਸਿਟੀ ਹਾਲ ਸਰੀ ਸਿਟੀ ਹਾਲ ਦੇ ਵਿੱਚ ਹੋ ਰਿਹਾ, ਪੂਰੇ ਦਾ ਪੂਰਾ ਸਰੀ ਸਿਟੀ ਹਾਲ ਆਪਣਾ ਬੁੱਕ ਹੈ।
ਚੇਂਬਰਸ ਵੀ ਬੁੱਕਡ ਹੈਗੇ ਨੇ। ਵੈਰੀ ਗੁੱਡ। ਸੋ ਚੇਂਬਰ ਅਲੱਗ-ਅਲੱਗ ਹੋਣੇ ਨੇ ਵੈਨਿਊ? ਹਾਂ, ਨਹੀਂ, ਮੇਨ ਵੈਨਿਊ ਚੱਲੇਗਾ ਇੱਕੋ ਹੋਏਗਾ। ਜਿਹੜਾ ਵਰਕਸ਼ਾਪਾਂ ਜਾਂ ਜਾਣਗੇ ਉਹ 3 ਵਰਕਸ਼ਾਪਾਂ ਹੋਣਗੇ। ਉਹਨਾਂ ਕੋਲ ਬੋਰਡ ਰੂਮ ਵੀ ਵੱਖਰੇ ਹੈਗੇ ਨੇ, ਉਹ ਵੀ ਆਪਣੇ ਬੁੱਕ ਕੀਤੇ ਹੋਏ ਨੇ। ਜਿਹੜਾ ਮੇਨ ਜਿਹੜੇ ਵੱਡੇ ਵਰਕਸ਼ਾਪਾਂ ਨੇ, ਫॉर ਐਗਜ਼ਾਮਪਲ ਇੰਟਰਨੈਸ਼ਨਲ ਸਟੂਡੈਂਟ ਦੇ, ਉਹ ਮੇਨ ਹਾਲ ਦੇ ਵਿੱਚ ਹੋਣਗੀਆਂ, ਦੂਜੀਆਂ ਸਾਈਡ ਦੇ ਹਾਲ ਵਿੱਚ ਹੋਣੀ। ਉਹ ਸਿਰਫ 2 ਘੰਟੇ ਦਾ ਪ੍ਰੋਗਰਾਮ ਹੈ ਜਿਹੜਾ 3 ਵੱਖਰੇ ਥਾਵਾਂ 'ਤੇ ਹੋਵੇਗਾ। ਬਾਕੀ ਸਾਰਾ ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ। ਬਾਹਰਲਾ ਏਰੀਆ ਜਿਹੜਾ ਆਪਣਾ ਰਿਸੈਪਸ਼ਨ ਵਾਲਾ, ਉਹ ਵੀ ਆਪਣਾ ਬੁੱਕਡ ਹੈ। ਉੱਥੇ ਆਪਣੀ ਐਗਜ਼ੀਬਿਸ਼ਨ ਵੀ ਹੋਵੇਗੀ। ਸਿੱਖ ਨੈਸ਼ਨਲ ਆਰਕਾਈਵਸ ਆਫ ਕੈਨੇਡਾ ਵੱਲੋਂ ਐਗਜ਼ੀਬਿਸ਼ਨ ਕੀਤੀ ਜਾਏਗੀ ਸਿੱਖਾਂ ਦੀ ਹਿਸਟਰੀ ਬਾਰੇ, ਖਾਸ ਕਰਕੇ ਕੈਨੇਡਾ ਦੇ ਵਿੱਚ ਵਾਸਤੇ ਸਿੱਖਾਂ ਦੀ ਹਿਸਟਰੀ ਬਾਰੇ, ਉਸ ਹਿਸਟਰੀ ਦੀ ਜਾਣਕਾਰੀ ਹੋਗੀ। ਉਹਦੇ ਵਿੱਚ ਆਨਲਾਈਨ ਰਜਿਸਟਰ ਕਰਨਾ ਤਾਂ $13 ਫੀ ਹੈ ਜੀ। ਅੱਛਾ ਜੀ। ਅਤੇ ਜਿਹਨੇ ਆ ਕੇ ਅਟੈਂਡ ਕਰਨਾ ਆ ਉਹਦੇ ਵਾਸਤੇ $50 ਹੈ। ਉਹਦੇ ਵਿੱਚ ਹੀ ਤੁਹਾਡਾ ਬ੍ਰੇਕਫਾਸਟ ਹੈ, ਵਿੱਚ ਹੀ ਲੰਚ ਹੈ, ਵਿੱਚ ਹੀ ਡਿਨਰ ਆ। ਉਹ ਵੀ ਆਨਲਾਈਨ ਤੁਸੀਂ ਲੈ ਸਕਦੇ ਹੋ? ਹਾਂਜੀ, ਹਾਂ, ਆਨਲਾਈਨ ਹੀ ਕਰਨਾ ਜੀ। ਉਹ ਵੀ ਕਰ ਸਕਦੇ ਹੋ? ਹਾਂਜੀ, ਆਨਲਾਈਨ ਕਰਨਗੇ ਸਗੋਂ ਵਧੀਆ, ਸਾਨੂੰ ਉਸ ਵੇਲੇ ਮੌਕੇ ਤਾਂ ਨਾ ਕਰਨਾ ਪਵੇਗਾ। ਤੇ ਸੀਟਿੰਗ ਕਿੰਨੀ ਹੈ? 200 ਸੀਟ ਹੈ ਜੀ ਸਾਡੇ ਕੋਲ ਅੰਦਰ। ਔਰ ਸਾਡੇ ਕੋਲ ਫਸਟ ਕਮ ਫਸਟ ਸਰਵਿਸ ਹੈ। ਹਾਂ, ਫਸਟ ਕਮ ਫਸਟ ਸਰਵਿਸ ਸਾਡੇ ਕੋਲ ਆਲਰੇਡੀ ਤਕਰੀਬਨ 150 ਦੇ ਨੇੜੇ ਪਹੁੰਚ ਚੁੱਕੀ ਹੈ। ਸੋ ਸਾਡੇ ਕੋਲ 50 ਸੀਟਾਂ ਇਸ ਵੇਲੇ ਬਚਦੀਆਂ ਹੈਗੀਆਂ। ਸੋ ਜਿੰਨੀਆਂ ਸੀਟਾਂ ਕੋਈ ਕਰ ਸਕਣ ਤੇ ਜਿੰਨਾ ਕੋਈ ਛੇਤੀ ਕਰੋਗੇ ਬਹੁਤ ਵਧੀਆ। ਆਨਲਾਈਨ ਵੀ ਰਜਿਸਟ੍ਰੇਸ਼ਨ ਕਾਫੀ ਹੋ ਰਹੀ ਹੈ ਜੀ। ਪਿਛਲੀ ਵਾਰੀ ਆਨਲਾਈਨ ਸਾਡੇ ਕੋਲ 338 ਸੀਗੀ, ਤੇ ਅਸੀਂ ਇਸ ਵੇਲੇ 1000 ਚਲੇ ਜਾਣਾ ਚਾਹੁੰਦੇ ਹਾਂ ਵੀ ਸਾਡੀ ਆਨਲਾਈਨ ਐਟਲੀਸਟ 1000 ਹੋਵੇ। ਤੇ ਵੱਖਰੇ ਕਈ ਪਿਛਲੀ ਵਾਰੀ ਗੁਰਦੁਆਰੇ ਇਕੱਠੇ ਇੱਕ ਵਾਰੀ ਲਾ ਕੇ ਸਕਰੀਨ ਦੇ ਉੱਤੇ ਸੁਣ ਰਹੇ ਸਨ, ਸਾਰੀ ਸੰਗਤ ਹੀ ਸੁਣ ਰਹੀ ਸੀਗੀ। ਸੋ ਇਸ ਤਰ੍ਹਾਂ ਵੀ ਮੈਨੂੰ ਆਮ ਸ਼ੋਰ ਪੀਪਲ ਕਰਨਗੇ। ਤੇ ਸਾਡੀ ਕੋਸ਼ਿਸ਼ ਹੋਵੇਗੀ ਜਿਹਨੇ ਆਨਲਾਈਨ ਰਜਿਸਟਰ ਕਰਕੇ ਜਾਂ ਇਨ ਪਰਸਨ ਰਜਿਸਟਰ ਕਰਕੇ ਅਟੈਂਡ ਕਰਨਾ ਆ, ਉਹ ਉਹਨਾਂ ਨੂੰ ਵੀਡੀਓ ਐਕਸੈਸ ਮਿਲੇਗੀ। ਬਾਅਦ ਦੇ ਵਿੱਚ ਸਾਰਿਆਂ ਦੀਆਂ ਵੀਡੀਓਜ਼ ਰਿਕਾਰਡਡ ਹੋਣਗੀਆਂ, ਉਹ ਲੈ ਸਕਣਗੇ। ਰਿਸਰਚ ਪੇਪਰਾਂ ਨੂੰ ਐਕਸੈਸ ਕਰ ਸਕਣਗੇ। ਜੇ ਕਿਸੇ ਨੂੰ YouTube ਤੇ ਸਿਰਫ ਇਕੱਲਾ ਵਾਚ ਕਰਨਾ ਹੈਗਾ, ਉਹ ਸਿਰਫ ਵਾਚ ਕਰ ਸਕੇਗਾ, ਪਰ ਉਹਨਾਂ ਨੂੰ ਐਕਸੈਸ ਬਾਕੀ ਮਟੀਰੀਅਲ ਦੀ ਨਹੀਂ ਮਿਲੇਗੀ। ਲੋਕਲਾਂ ਨੂੰ ਆਉਣਾ ਚਾਹੀਦਾ। ਐਡੇ ਵੱਡੇ ਐਕੈਡਮੀਸ਼ੀਅਨਸ ਨਹੀਂ ਮਿਲਦੇ ਦੁਆਰਾ। ਤੁਸੀਂ ਅੰਦਾਜ਼ਾ ਲਾ 13 ਤਾਂ ਉਹ ਪ੍ਰੈਜ਼ੈਂਟਰਸ ਹੋਣਗੇ। ਉਹਨਾਂ ਦੇ ਜਿਹੜੇ ਮੋਡਰੇਟਰ ਹੈ ਉਹ ਵੀ ਉਸ ਲੈਵਲ ਦੇ ਆ। ਅੱਛਾ, 5 ਵਰਕਸ਼ਾਪਾਂ ਨੇ, 5 ਵਰਕਸ਼ਾਪਾਂ ਦੇ ਵਿੱਚ 4 ਐਕਚੁਅਲੀ ਐਕਸਪਰਟਸ ਨੇ। ਸੋ 20 ਉਹ ਨੇ ਤੇ 5 ਦੇ 5 25 ਉਹ ਨੇ ਜੀ। ਸੋ 25 ਉਹ ਤੇ 13 ਤੇ ਤੁਸੀਂ ਗਿਣ ਕੇ ਤਾਂ ਬਾਕੀ ਲਾ ਲਓ ਵੀ ਤਕਰੀਬਨ 40 ਦੇ ਨੇੜੇ ਐਕਸਪਰਟ ਹੀ ਇਕੱਲੇ ਨੇ ਜਿਹੜੇ ਬੁਲਾਰੇ ਹੋਣਗੇ ਵੱਖਰੇ ਲੈਵਲ ਦੇ ਉੱਤੇ ਆਪਣਾ ਪੱਖ ਪੇਸ਼ ਕਰਨੇ। ਮੇਰਾ ਖਿਆਲ ਨਹੀਂ ਬਈ ਮੈਨੂੰ ਖੁਸ਼ੀ ਵੀ ਹੁੰਦੀ ਆ। ਇੰਗਲੈਂਡ ਤੋਂ ਇੱਕ ਸੱਜਣ ਸਾਡਾ ਸਾਥੀ ਹੈਗਾ, ਸੰਘਾ ਸਾਹਿਬ, ਪੁਰਾਣੇ ਪ੍ਰਿੰਸੀਪਲ ਵੀ ਰਹਿ ਚੁੱਕੇ ਨੇ ਉੱਥੇ। ਉਹ ਮੈਨੂੰ ਕਾਲ ਕਰਕੇ ਕਹਿੰਦਾ, ਯਾਰ ਸਿੱਖਾਂ ਦੀ ਪਹਿਲੀ ਮੈਂ ਕੋਈ ਫੰਕਸ਼ਨ ਦੇਖ ਰਿਹਾ ਜਿਹੜੀ ਪ੍ਰੋਪਰਲੀ ਆਰਗੇਨਾਈਜ਼, ਔਰ ਇੰਨੇ ਐਕਸਪਰਟਸ ਨੂੰ ਤੁਸੀਂ ਕਾਲ ਕਰ ਰਹੇ ਹੋ। ਵੈਰੀ ਗੁੱਡ। ਸਮਝੇ ਕਿ ਨਹੀਂ? ਇੱਥੇ ਖਰਚਾ ਵੀ ਨਹੀਂ ਪੂਰਾ ਕਰਨ ਵਾਲੀ ਗੱਲ ਨਹੀਂ। $50 ਖਰਚਾ ਨਹੀਂ ਪੂਰਾ ਕਰਨਾ ਜੀ। ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਆਪਾਂ ਅੱਜ ਕੱਲ੍ਹ ਲੰਚ ਕਰਨ ਜਾਂਦੇ ਤਾਂ $50 ਹੀ ਹੁੰਦਾ ਆ। ਇਹਦੇ ਥੱਲੇ ਲੰਚ ਨਹੀਂ ਹੁੰਦਾ ਤੁਹਾਡਾ। ਤੁਸੀਂ ਤਾਂ 3 ਮੀਲ ਦੇਣੇ ਹੈਗੇ ਆ। ਬਿਲਕੁਲ। ਔਰ ਉਹ ਵੀ 2 ਦਿਨ ਦੇਣੇ ਆ। ਸੋ ਇਸ ਕਰਕੇ ਨਹੀਂ, ਮੈਂ ਚਾਹਾਂਗਾ ਵੀ ਤੁਸੀਂ ਵੱਧ ਤੋਂ ਵੱਧ ਰਜਿਸਟਰ ਕਰੋ। ਪਲੱਸ ਕੋਰਸਿਸ ਵਾਸਤੇ ਵੀ ਜਿਹੜੇ ਕੋਰਸ ਸਾਡਾ ਅਗਲਾ ਸਮੈਸਟਰ 14 ਅਕਤੂਬਰ ਤੋਂ ਸ਼ੁਰੂ ਹੋਣਾ ਆ, ਉਹ ਕੋਰਸਿਸ ਜਿਹੜਾ ਤੁਸੀਂ ਸਾਡੀ ਵੈਬਸਾਈਟ ਤੇ ਜਾਣ ਜੀ, www.gurunanak-institute.ca ਤੇ ਜਾਓ। ਉਹਦੇ ਤੇ ਤੁਹਾਡੀ ਰਜਿਸਟ੍ਰੇਸ਼ਨ ਵੀ ਆ ਜਾਂਦੀ ਹੈ ਸਾਹਮਣੇ। ਪਹਿਲਾਂ ਹੀ ਤੁਹਾਨੂੰ ਜਦ ਤੁਸੀਂ ਕਰ ਜਾਂਦੇ ਹੋ ਵੈਬਸਾਈਟ ਦੇ ਉੱਤੇ, ਰਜਿਸਟ੍ਰੇਸ਼ਨ ਦਾ ਤੁਹਾਨੂੰ ਮਿਲ ਜਾਂਦੀ ਹੈਗੀ ਆ। ਕਲਿੱਕ ਕਰੋ, ਉਹਦੇ 'ਤੇ ਭਰ ਦਿਓ ਆਪਣਾ ਸਿਰਫ ਨਾਂ ਹੀ ਦੱਸਣਾ, ਲਿਖਣਾ ਕੌਣ ਹੈ ਤੁਸੀਂ ਬਸ। ਉਹ ਇਵੈਂਟ ਬਰਾਈਟ ਜਿਹੜੀ ਆਰਗੇਨਾਈਜ਼ ਕਰਦੀ ਹੈ, ਅਸੀਂ ਨਹੀਂ ਕਰਦੇ ਕਲੈਕਸ਼ਨ ਜਿਹੜੀ ਹੈਗੀ ਆ। ਇਵੈਂਟ ਬਰਾਈਟ ਜਿਹੜੀ ਆ ਉਸ ਫੰਕਸ਼ਨ ਨੂੰ ਆਰਗੇਨਾਈਜ਼ ਕਰ ਰਹੀ ਹੈ। ਸੋ ਵੈਬਸਾਈਟ ਉਹਦੀ ਰਜਿਸਟ੍ਰੇਸ਼ਨ ਲਈ ਜੀ? ਹਾਂ, ਵੈਬਸਾਈਟ gurunanak-institute.ca, ਉਹਦੇ ਤੇ ਜਾਣਾ। ਹਾਂ, ਉੱਤੇ ਜਾਣ ਜੀ। ਤੇ ਸਰਦਾਰ ਸਾਹਿਬ ਨੇ ਕਿਤਾਬਾਂ ਜਿਹੜੀਆਂ ਲਿਖੀਆਂ, ਉਹ ਵੀ ਮੈਂ ਬੇਨਤੀ ਕਰਾਂ ਜ਼ਰੂਰ ਉਹਨਾਂ ਦੇ ਸੰਘਰਸ਼ ਦਾ ਜਿਹੜਾ ਸਮਾਂ, ਅੰਗਰੇਜ਼ੀ ਦੀ ਕਿਤਾਬ ਆ, ਐਂਡ ਹਾਊ ਕੈਨੇਡੀਅਨ ਸਿੱਖਸ ਔਨ ਕਾਮਨ ਸਟਰਗਲ ਆਊਟ ਆਫ ਦਾ ਫ੍ਰਿੰਜਸ ਰੋਡ ਐਂਡ ਇਨਟੂ ਦਾ ਮੇਨ ਸਟਰੀਮ। ਇਹਦਾ ਹੀ ਪੰਜਾਬੀ ਦਾ ਤਰਜਮਾਨ ਗਾਹੇ ਰਾਹ, ਕੈਨੇਡਾ ਦੇ ਸਿੱਖਾਂ ਦਾ ਹਾਸ਼ੀਏ ਤੋਂ ਮੁੱਖ ਧਾਰਾ 'ਚ ਪ੍ਰਵੇਸ਼ ਹੋਣ ਦਾ ਸੰਘਰਸ਼। ਇਹ ਕਿਤਾਬਾਂ ਨੇ। ਹੂ ਆਰ ਦਾ ਸਿੱਖਸ, ਇਹ ਵੀ ਇਸਰਾਰ ਸੰਧੂ ਦੀ ਕਿਤਾਬ, ਅਤੇ 20 ਮਿੰਟ ਗਾਈਡ ਟੂ ਦਾ ਸਿੱਖ ਫੇਥ। 4 ਕਿਤਾਬਾਂ ਉਹਨਾਂ ਨੇ ਲਿਖੀਆਂ। ਆਉਣ ਵਾਲੇ ਦਿਨਾਂ 'ਚ ਪੜ੍ਹ ਕੇ ਇਹਦੇ 'ਤੇ ਮੈਂ ਗੱਲਬਾਤ ਵੀ ਕਰਾਂਗਾ। ਅਤੇ ਤੁਸੀਂ ਆਪਣੀ ਲਾਇਬ੍ਰੇਰੀ ਦਾ ਇਹਨੂੰ ਸ਼ਿੰਗਾਰ ਬਣਾਇਓ। ਸਰਦਾਰ ਸਾਹਿਬ, ਤੁਹਾਡੀ ਸਿਹਤਯਾਬੀ ਲਈ ਅਤੇ ਤੰਦਰੁਸਤੀ ਲਈ ਅਰਦਾਸ ਹੈ ਅਤੇ ਚੜ੍ਹਦੀ ਕਲਾ। ਗੁਰੂ ਪਾਤਸ਼ਾਹ ਕਿਰਪਾ ਰੱਖਣ। ਅਤੇ 23 ਅਤੇ 24 ਨੂੰ ਦੋਨੇ ਦਿਨ ਬੈਠ ਕੇ ਉੱਥੇ ਮੁੱਖ ਸਿੱਖਣ ਦਾ ਯਤਨ ਕਰਾਂਗੇ। ਅਤੇ ਤੁਹਾਡੇ ਸਮੇਂ ਲਈ ਧੰਨਵਾਦ ਜੀ। ਬਹੁਤ ਮਿਹਰਬਾਨੀ। ਬਹੁਤ ਖੁਸ਼ੀ ਹੋਈ ਇੱਕ ਵਾਰੀ ਫਿਰ ਤਹਿ ਦਿਲ ਤੋਂ ਸ਼ੇਰੇ ਪੰਜਾਬ ਦਾ ਸਰਦਾਰ ਅਜੀਤ ਸਿੰਘ ਬਾਦ ਅਤੇ ਪੂਰੇ ਪਰਿਵਾਰ ਦਾ, ਤੁਹਾਡੇ ਜਿੰਨੇ ਵੀ ਤੁਸੀਂ ਪ੍ਰੋਗਰਾਮ ਚਲਾਏ ਨੇ ਸਰਦਾਰ ਅਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।